ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ। ਮੈਂ ਹਾਂ ਨਵਜੋਤ ਕੌਰ। ਬੁਲੇਟਿਨ ਵਿੱਚ ਸਭ ਤੋਂ ਪਹਿਲਾਂ ਗੱਲ ਕਰਾਂਗੇ ਖੇਤੀ ਕਾਨੂੰਨਾਂ ਤੇ ਫਸੇ ਹੋਏ ਪੇਚ ਦੀ। ਸਰਕਾਰ ਤੇ ਕਿਸਾਨਾਂ ਵਿਚਾਲੇ ਮੁੜ ਗੱਲਬਾਤ ਸ਼ੁਰੂ ਹੋਣ ਦੇ ਵਿੱਚ ਸਿਰਫ ਇੱਕ ਫੋਨ ਕਾਲ ਦੀ ਦੂਰੀ ਰਹਿ ਗਈ ਹੈ। ਸਰਕਾਰ ਕਿਸਾਨਾਂ ਦੇ ਫੋਨ ਦੀ ਉਡੀਕ ਕਰ ਰਹੀ ਹੈ ਤੇ ਕਿਸਾਨਾਂ ਵੱਲੋਂ ਵੀ ਸਰਕਾਰ ਦੇ ਸੱਦੇ ਦੀ ਉਡੀਕ ਕੀਤੀ ਜਾ ਰਹੀ ਹੈ। ਕਿ ਸਰਕਾਰ ਤੇ ਕਿਸਾਨਾਂ ਦੇ ਵਿਚਾਲੇ ਰੁਕੀ ਗੱਲਬਾਤ ਮੁੜ ਤੋਂ ਸ਼ੁਰੂ ਹੋਣ ਵਾਲੀ ਹੈ ਕਿ ਬੀਤੇ ਦਿਨਾਂ ਦੀ ਦੂਰੀਆਂ ਮੁੜ ਤੋਂ ਗੱਲਬਾਤ ਦੀ ਮੇਜ਼ ਦੇ ਉੱਤੇ ਘੱਟ ਹੋਣ ਵਾਲੀਆਂ ਨੇ। ਸਵਾਲ ਇਸ ਲਈ ਕਿਉਂਕਿ ਇਸ ਵਾਰ ਖੁਦ ਪ੍ਰਧਾਨ ਮੰਤਰੀ ਮੋਦੀ ਨੇ ਦੁਹਰਾ ਦਿੱਤਾ ਹੈ ਕਿ ਸਰਕਾਰ ਹਰ ਸਮੇਂ ਕਿਸਾਨਾਂ ਦੇ ਨਾਲ ਗੱਲਬਾਤ ਦੇ ਲਈ ਪੂਰੀ ਤਰ੍ਹਾਂ ਤਿਆਰ ਹੈ। ਬਜਟ ਸੈਸ਼ਨ ਨੂੰ ਲੈ ਕੇ ਬੁਲਾਈ ਗਈ ਆਲ ਪਾਰਟੀ ਮੀਟਿੰਗ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਖੇਤੀਬਾੜੀ ਮੰਤਰੀ ਦੇ ਬਿਆਨ ਨੂੰ ਦੁਹਰਾਇਆ ਅਤੇ ਕਿਹਾ ਕਿ ਕਿਸਾਨਾਂ ਦੇ ਕੋਲ ਅਜੇ ਵੀ ਸਰਕਾਰ ਦਾ ਆਫਰ ਹੈ ਅਤੇ ਉਹ ਬਸ ਇੱਕ ਫੋਨ ਕਾਲ ਦੀ ਦੂਰੀ ਦੇ ਉੱਤੇ ਹੈ। जहां तक किसानों का विषय आपने स्पर्श किया है, मैं 22 तारीख की किसानों के साथ नरेंद्र सिंह जी तोमर और समिति की जो मीटिंग हुई, उसके बाद जो नरेंद्र सिंह जी तोमर ने कहा है उसको मैं दोहराना चाहता हूं और आज भी आपके माध्यम से वही मैसेज मैं कन्वे करना चाहता हूं। नरेंद्र सिंह जी ने सभी किसान आंदोलन से जुड़े लोगों की मीटिंग में कहा कि हम लोग आज समझौते पर नहीं आ पा रहे हैं, हमारी तरफ से ये प्रस्ताव आपको हम दे रहे हैं, आप जाकर के चिंतन मनन कीजिए और मैं एक फोन कॉल पर दूरी पर हूं, आप जब भी मन बना लें मैं कुछ ही घंटों में आपके साथ मिलने का कार्यक्रम और स्थान तय कर लूंगा। भारत सरकार का वो प्रस्ताव आज भी वैसे का वैसा खड़ा है। आपके जितने भी परिचित आंदोलनकारी हैं आप उनको जरूर बताइए कि तोमर जी ने तो स्पष्ट शब्दों में कहा हुआ है कि भाई ये हमारा प्रस्ताव है, आप आइए, एक फोन कॉल कीजिए, बात आगे बढ़ेगी। और मुझे विश्वास है कि आप सब भी चाहते हैं कि बातचीत से इसका समाधान निकलना चाहिए और सरकार भी लगातार प्रयास कर रही है कि इसका समाधान बातचीत से होना चाहिए। खुद प्रधानमंत्री ਦੇ ਵੱਲੋਂ ਆਏ ਇਸ ਬਿਆਨ ਦਾ ਕਿਸਾਨਾਂ ਨੇ ਵੀ ਸਵਾਗਤ ਕੀਤਾ। 2 ਮਹੀਨੇ ਤੋਂ ਦਿੱਲੀ ਦੀਆਂ ਸਰਹੱਦਾਂ ਦੇ ਉੱਤੇ ਧਰਨਾ ਦੇ ਰਹੇ ਕਿਸਾਨਾਂ ਨੇ ਕਿਹਾ ਕਿ ਜੇਕਰ ਸਰਕਾਰ ਦਾ ਸੱਦਾ ਆਵੇਗਾ ਤਾਂ ਉਹ ਜ਼ਰੂਰ ਗੱਲਬਾਤ ਦਾ ਹਿੱਸਾ ਬਣਨਗੇ। ਦੇਰ ਆਏ ਦਰੁਸਤ ਹੈ, ਉਹਨਾਂ ਨੂੰ ਪਹਿਲਾਂ ਹੀ ਇਸ ਕੰਮ 'ਚ ਇਨਵੋਲਵ ਹੋਣਾ ਚਾਹੀਦਾ ਸੀ। ਅਸੀਂ ਪਹਿਲਾਂ ਹੀ ਕਹਿ ਰਹੇ ਹੁੰਦੇ ਸੀ ਜਦੋਂ ਵੀ ਤੁਸੀਂ ਵੀ ਸਾਡਾ ਰਾਈਟ ਲੈਂਦੇ ਸੀ ਜਦ ਅਸੀਂ ਬੱਸ ਦੇ ਵਿੱਚ ਵੀ ਜਦ ਤੱਕ ਸੀਨੀਅਰ ਬੰਦੇ ਇਹਦੇ ਵਿੱਚ ਨਹੀਂ ਆਉਂਦੇ ਇਹ ਮਸਲਾ ਹੱਲ ਨਹੀਂ ਹੋਣਾ। ਤੇ ਜਦੋਂ ਵੀ ਮੀਟਿੰਗ ਬੁਲਾਉਣਗੇ ਸਾਡੇ ਵੱਲੋਂ ਜਥੇਬੰਦੀਆਂ ਵੱਲੋਂ ਹਰ ਵਾਰੀ ਟੇਬਲ ਟਾਕ ਨਾਲ ਤਿਆਰ ਹੁੰਦੇ ਆ ਤੇ ਗੱਲ ਵੀ ਟੇਬਲ ਟਾਕ ਦੀ ਮੁੱਕਣੀ ਹੈ। ਜਿੱਦਾਂ ਦਾ ਵੀ ਇਹ ਪ੍ਰਸਤਾਵ ਦੇਣ ਅਸੀਂ ਆਪਣਾ ਪ੍ਰਸਤਾਵ ਤਿਆਰ ਕਰਕੇ ਨਾਲ ਲੈ ਕੇ ਸਵਾਗਤ ਕਰਦੇ ਹੋ ਪ੍ਰਧਾਨ ਮੰਤਰੀ ਦੀ ਹੁਣ ਪਹਿਲ ਕਦਮੀ ਦਾ। ਹਾਂ, ਸਵਾਗਤ ਕਰਦੇ ਹਾਂ। ਸਰਕਾਰ ਅਤੇ ਕਿਸਾਨਾਂ ਦੇ ਵਿਚਾਲੇ ਬੀਤੀ 22 ਜਨਵਰੀ ਨੂੰ ਆਖਰੀ ਗੱਲਬਾਤ ਹੋਈ ਸੀ, ਪਰ ਸਰਕਾਰ ਦੇ ਵੱਲੋਂ ਸੁਝਾਏ ਗਏ ਪ੍ਰਪੋਜ਼ਲ ਤੇ ਸਹਿਮਤੀ ਨਾ ਬਣਨ ਦੀ ਵਜ੍ਹਾ ਦੇ ਨਾਲ ਇਹ ਸਿਲਸਿਲਾ ਉੱਥੇ ਰੁਕ ਗਿਆ ਸੀ। ਸਰਕਾਰ ਨੇ ਕਿਸਾਨਾਂ ਨੂੰ ਪ੍ਰਸਤਾਵ ਦਿੱਤਾ ਸੀ ਕਿ 1.5 ਸਾਲ ਤੱਕ ਕਾਨੂੰਨਾਂ ਨੂੰ ਮੁਲਤਵੀ ਕਰ ਦਿੱਤਾ ਜਾਏਗਾ। ਤਿੰਨੋਂ ਕਾਨੂੰਨਾਂ ਦੇ ਉੱਤੇ ਵਿਚਾਰ ਕਰਨ ਦੇ ਲਈ ਇੱਕ ਸੰਯੁਕਤ ਕਮੇਟੀ ਬਣੇਗੀ। ਐਮਐਸਪੀ ਦੇ ਉੱਤੇ ਕਿਸਾਨਾਂ ਨੂੰ ਭਰੋਸਾ ਦੇਣ ਦੇ ਲਈ ਪੂਰੀ ਤਰ੍ਹਾਂ ਤਿਆਰ ਨੇ ਅਤੇ ਬਿਜਲੀ ਅਤੇ ਪਰਾਲੀ ਨਾਲ ਜੁੜੇ ਆਰਡੀਨੈਂਸ ਦੇ ਉੱਤੇ ਮੁੜ ਤੋਂ ਵਿਚਾਰ ਹੋਵੇਗਾ। ਪਰ ਕਿਸਾਨਾਂ ਨੇ ਇਹ ਕਹਿੰਦੇ ਹੋਏ ਇਹ ਪ੍ਰਸਤਾਵ ਖਾਰਿਜ ਕਰ ਦਿੱਤਾ ਸੀ ਕਿ ਬਿਨਾਂ ਕਾਨੂੰਨ ਰੱਦ ਕਰਵਾਏ ਉਹ ਵਾਪਸ ਨਹੀਂ ਪਰਤਣਗੇ। ਇਸ ਲਈ ਹੁਣ ਨਵਾਂ ਸਵਾਲ ਇਹ ਹੈ ਕਿ ਜੇਕਰ ਗੱਲਬਾਤ ਮੁੜ ਤੋਂ ਸ਼ੁਰੂ ਹੋਵੇਗੀ ਤਾਂ ਕੀ ਇਸੇ ਪ੍ਰਸਤਾਵ ਤੇ ਹੋਵੇਗੀ ਜਾਂ ਫਿਰ ਗੱਲਬਾਤ ਦਾ ਕੋਈ ਨਵਾਂ ਫਾਰਮੂਲਾ ਨਿਕਲੇਗਾ। ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। 12 मीटिंग हो चुकी ने और 12 दिया 12 मीटिंग्स बिल्कुल बेसिट्टा रही ने, यानी कि इसका कोई भी अजे तक फल नहीं निकल पाया है। तो उधर किसान आगू बलबीर राजेवाल वालों बीते दिन प्रेस कॉन्फ्रेंस भी की गई। किसान आगू बलबीर राजेवाल ने अपील की है, आंदोलन दे विच शामिल लोगों को राजेवाल ने अपील की है जोश दे विच होश ना गवाया जाए और आंदोलनकारियों को अपील की गई राजेवाल वालों, असीं कोई जंग लड़न नहीं जा रहे, ये साडा मुल्क है अते ये साडी ही सरकार है। राजेवाल वालों एक गल कही गई। तुहानूं दस दें कि बीते दिन राजेवाल
ਰਾਜੇਵਾਲ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਔਰ ਉਹਨਾਂ ਨੇ ਕਿਹਾ ਕਿ ਅੰਦੋਲਨ ਦੇ ਵਿੱਚ ਜੋ ਲੋਕ ਇਸ ਵੇਲੇ ਸ਼ਮੂਲੀਅਤ ਕਰ ਰਹੇ ਨੇ, ਜੋ ਲੋਕ ਇਸ ਵਿੱਚ ਸ਼ਾਮਿਲ ਨੇ, ਭਾਵੇਂ ਉਹ ਬਜ਼ੁਰਗ ਨੇ, ਭਾਵੇਂ ਉਹ ਬੱਚੇ ਨੇ, ਉਹ ਸਾਰੇ ਹੀ ਅਹਿਮੀਅਤ ਰੱਖਦੇ ਨੇ। ਇਸ ਦੇ ਵਿੱਚ ਕੋਈ ਛੋਟਾ ਜਾਂ ਵੱਡਾ ਨਹੀਂ ਹੈ ਔਰ ਜੋਸ਼ ਦੇ ਵਿੱਚ ਹੋਸ਼ ਗਵਾਉਣਾ ਕਿਸੇ ਵੀ ਤਰ੍ਹਾਂ ਦੀ ਸਮਝਦਾਰੀ ਨਹੀਂ ਹੈ। ਰਾਜੇਵਾਲ ਵੱਲੋਂ ਇਹ ਗੱਲ ਕਹੀ ਗਈ। ਇਸ ਦੇ ਨਾਲ ਹੀ ਉਹਨਾਂ ਨੇ ਇਸ ਗੱਲ ਨੂੰ ਦੁਬਾਰਾ ਦੁਹਰਾਇਆ ਕਿ ਇਹ ਸਾਡੀ ਹੀ ਸਰਕਾਰ ਹੈ ਔਰ ਇਹ ਸਾਡਾ ਹੀ ਮੁਲਕ ਹੈ, ਇਸ ਲਈ ਜੋਸ਼ ਦੇ ਵਿੱਚ ਹਮੇਸ਼ਾ ਹੋਸ਼ ਨੂੰ ਵੀ ਕਾਇਮ ਰੱਖਣਾ ਚਾਹੀਦਾ ਹੈ। ਆਪਣੇ ਭਰਾਵਾਂ ਨੂੰ ਵੀ ਜੇ ਸ਼ਾਂਤਮਈ ਹੀ ਰਹੋਗੇ ਤੁਹਾਡੀ ਜਿੱਤ ਯਕੀਨੀ ਹੈ। ਜਿੱਦਣ ਹਿੰਸਾ ਆਈ ਉਸ ਦਿਨ ਹਾਰ ਨਾਲ ਆ ਜਾਣੀ ਹੈ, ਉਸ ਦਿਨ ਮੋਦੀ ਦੀ ਜਿੱਤ ਹੋ ਜਾਣੀ ਹੈ। ਮੈਨੂੰ ਇਸ ਗੱਲ ਦੀ ਚੰਗੀ ਤਰ੍ਹਾਂ ਮੈਨੂੰ ਅਹਿਸਾਸ ਹੈ ਵੀ ਸਾਡਾ ਭਾਈਚਾਰਾ ਇਸ ਗੱਲ ਨੂੰ ਬਹੁਤ ਅੱਛੀ ਤਰ੍ਹਾਂ ਸਮਝ ਗਿਆ। ਉਹ ਜੋਸ਼ ਵੀ ਰੱਖਦੇ ਨੇ ਪਰ ਉਹਦੇ ਨਾਲ ਹੋਸ਼ ਰੱਖਣ ਦਾ ਇਹ ਪਹਿਲਾ ਅੰਦੋਲਨ ਹੈ ਵੀ ਦੋਨੋਂ ਚੀਜ਼ਾਂ ਦਾ ਸੁਮੇਲ ਹੋਇਆ। ਪਰ ਇਹ ਮਿੱਥ ਕੇ ਆਉਣਾ ਹੈ ਵੀ ਜੇ ਕੋਈ ਤੁਹਾਨੂੰ ਉਕਸਾਵੇ ਵੀ ਤਾਂ ਵੀ ਤੁਸੀਂ ਉਕਸਾਹਟ 'ਚ ਭਾਵੁਕ ਹੋ ਕੇ ਕੋਈ ਵੀ ਐਸੀ ਕਾਰਵਾਈ ਨਹੀਂ ਕਰਨੀ ਜਿਹਦੇ ਨਾਲ ਅੰਦੋਲਨ ਦੇ ਉੱਤੇ ਕੋਈ ਕਿਸੇ ਤਰ੍ਹਾਂ ਦੀ ਆਂਚ ਆਵੇ। ਜਿੰਨੇ ਲੋਕੀ ਉੱਥੇ ਆ ਰਹੇ ਨੇ, ਜਿੰਨੇ ਨੌਜਵਾਨ ਬਜ਼ੁਰਗ ਬਿਰਧ ਬੀਬੀਆਂ ਜਿੰਨੇ ਉੱਥੇ ਪਹੁੰਚ ਰਹੇ ਨੇ, ਉਸ ਅੰਦੋਲਨ ਸਾਰਿਆਂ ਦਾ ਉਹਨਾਂ ਦਾ, ਉਹ ਸਾਰੇ ਹੀ ਪ੍ਰਧਾਨ ਨੇ, ਕੋਈ ਛੋਟਾ ਵੱਡਾ ਨਹੀਂ, ਸਾਰੇ ਬਰਾਬਰ ਨੇ। ਤਾਂ ਮੇਰੀ ਉਹਨਾਂ ਨੂੰ ਬੇਨਤੀ ਹੈ, ਉਚੇਚੇ ਤੌਰ ਤੇ ਬੇਨਤੀ ਕਰਨਾ ਆ ਵੀ ਅਸੀਂ ਕੋਈ ਉੱਥੇ ਯੁੱਧ ਲੜਨ ਨਹੀਂ ਜਾ ਰਹੇ। ਸਾਡਾ ਆਪਣਾ ਦੇਸ਼ ਹੈ, ਸਰਕਾਰ ਇਸ ਦੇਸ਼ ਦੀ ਹੈ ਤੇ ਇਹ ਤੈਅ ਕਰਕੇ ਇੱਥੋਂ ਘਰਾਂ ਤੋਂ ਜਾਣਾ ਹੈ ਬਈ ਸਾਡੀ ਇੱਕ ਜ਼ਿੰਮੇਵਾਰੀ ਇਸ ਅੰਦੋਲਨ ਨੇ ਸਾਡੇ ਤੇ ਆਇਦ ਕੀਤੀ ਹੈ। ਉਹ ਜ਼ਿੰਮੇਵਾਰੀ ਹੈ ਇਹਨੂੰ ਸ਼ਾਂਤਮਈ ਤਰੀਕੇ ਨਾਲ ਜ਼ਬਰ ਸਹਿਣਾ ਹੈ, ਕਿਸੇ ਨਾਲ ਤੱਕ ਤੁਹਾਨੂੰ ਦੱਸ ਦਈਏ ਕਿ ਰਾਜੇਵਾਲ ਨੇ ਅਪੀਲ ਕੀਤੀ ਹੈ ਉਹ ਨੌਜਵਾਨਾਂ ਨੂੰ ਜੋ ਇਸ ਵੇਲੇ ਸ਼ਮੂਲੀਅਤ ਕਰਨ ਜਾ ਰਹੇ ਨੇ, ਜੋ ਸ਼ਿਰਕਤ ਕਰਨ ਜਾ ਰਹੇ ਨੇ, ਅੰਦੋਲਨ ਦਾ ਹਿੱਸਾ ਬਣਨ ਜਾ ਰਹੇ ਨੇ। ਉਹਨਾਂ ਨੂੰ ਅਪੀਲ ਕੀਤੀ ਹੈ ਕਿ ਜੋਸ਼ ਦੇ ਨਾਲ ਹੋਸ਼ ਨਹੀਂ ਗਵਾਉਣਾ ਹੈ ਕਿਉਂਕਿ ਅਸੀਂ ਕੋਈ ਯੁੱਧ ਕਰਨ ਨਹੀਂ ਚੱਲੇ। ਫਿਲਹਾਲ तमाम जानकारी वास्ते और लगातार न्यूज़ 18 पंजाब हरियाणा हिमाचल की टीम तुहाडे तक पूरी अपडेट पहुंचा रही है और लाइव तस्वीरां तुहाडे तक पहुंचाईयां जा रही हैं। फिलहाल होर तमाम जानकारी वास्ते कि इस वेले बॉर्डरां दा की कुछ हाल है, मेरे नाल मेरे सहयोगी उमेश शर्मा साडे नाल जुड़े हुए ने फोन लाइन ते। उमेश, टिकरी बॉर्डर ते तुसी इस वेले मौजूद हो, सब तो पहला तस्वीर तुहाडे तो जानना चाहांगे, समझना चाहांगे कि इस वेले टिकरी बॉर्डर दा की कुछ हाल, किस तरह दा उत्थे दिन शुरू होया है और की कुछ अपडेट तुहाडे कोल? नवजोत, टिकरी बॉर्डर से जे आपां हाल दसीए, जिद्दां कल भी आपां उत्थे मुआयना कीता ते अज भी असीं उत्थे मौजूद हां। जिहड़ी पंजाब तो ट्रैक्टर या हरियाणे तो ट्रैक्टर है ट्रालियां ने, वो हुण ओहदे विच वाधा देखण नूं मिल रहा है। टिकरी बॉर्डर नूं चाहे सिंघू बॉर्डर की गल होई, क्योंकि जिद्दां कल भी आपां दस्सिया सीगा कि किसान आगूआं ने सुनेहा पिंड पिंड विच सुनेहा पहुंचाया है कि एक घर दा मैंबर जिहड़ा हैगा ओह इन्हां बॉर्डरां ते आवे, अंदोलन नूं और स्ट्रेंथन देवे। जिहड़ी 26 जनवरी की घटना होई उस तो बाद ये सारे जिहड़े सिंघू बॉर्डर होए, गाजीपुर बॉर्डर होए या टिकरी बॉर्डर होए, हालांकि टिकरी बॉर्डर जे आपां गल करिए नवजोत, कल या उस तो एक दिन पहला भीड़ सानू घट नजर आई सीगी पर उन्नी नहीं सी, क्योंकि 26 जनवरी नूं जिहड़े बंदे वापस मुड़ गए सीगे पंजाब, हुण वापस हरियाणे की जिहड़ी तादाद है वो वधी है। पंजाब भी वधी है लेकिन हरियाणे की तादाद है, क्योंकि आस पास का जिहड़ा सारा एरिया वो हरियाणे का ही है, क्योंकि टिकरी बॉर्डर बहादुरगढ़ ये हरियाणे च ही है एक तरह से कह लो। ते वो जिहड़ी तादाद है हरियाणे की वो काफी वधिया। ट्रैक्टर ट्रालियां का जिहड़ा आने का सिलसिला लगातार जारी है, चाहे रात का दिन होए, सवेरे भी असीं कहीं देखा ट्रैक्टर ट्रालियां भर के। और एक गल हो रहा है कि हर ट्रैक्टर के आगे थानू तिरंगा झंडा हुण नजर आएगा, टिकरी बॉर्डर से भी थानू हर टेंट से नजर आएगा। असीं दिखाया सी तस्वीरां राहीं कि हुण माहौल क्योंकि थोड़ा जिहा तब्दील होया है। 26 जनवरी की घटना तो बाद तब्दीली आई है, तिरंगे झंडे की जिथे आपां गल करिए सत्याग्रह यात्रा कड्ढी गए होए, हुण ट्रैक्टर ट्रालियां का आने का सिलसिला बदस्तूर जारी है। नवजोत जी ठीक है उमेश, तुसी बने रहो साडे नाल, अगे भी तुहाडे तो अपडेट असीं लैंदे रहांगे। फिलहाल टिकरी बॉर्डर दा तुहानू हाल दस्सिया साडे सहयोगी उमेश ने कि जिस तरह टिकरी बॉर्डर ते जो समर्थक ने, खास करके किसानी समर्थक जो किसान ने, वो हुण वध चढ़ के हरियाणा वल्लों आ रहे ने, क्योंकि 26 जनवरी की हिंसा तो बाद खास करके जो ट्रैक्टर परेड वास्ते आए सी वो वापस चल गए सी। उस तो बाद एक तस्वीर जिहड़ी वो बदलदी हुई जरूर नजर आई सी, पर हुण एक बार फिर तो लगातार समर्थकां दा कट जिहड़ा है वो टिकरी बॉर्डर और वख-वख बॉर्डरां ते इस वेले पहुंच रहा है।
ਉਧਰ ਲਗਾਤਾਰ ਕਿਸਾਨੀ ਅੰਦੋਲਨ ਦੀ ਗੂੰਜ ਜਿਹੜੀ ਹੈ ਪੰਜਾਬ ਤੋਂ ਦਿੱਲੀ ਤੱਕ ਪਹੁੰਚੀ ਹੋਈ ਹੈ ਔਰ ਇਸ ਦੌਰਾਨ ਲਗਾਤਾਰ ਸਿਆਸਤ ਵੀ ਗਰਮਾਈ ਹੋਈ ਹੈ। ਪ੍ਰਤਾਪ ਬਾਜਵਾ ਦੀ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਪ੍ਰਤਾਪ ਬਾਜਵਾ ਵੱਲੋਂ ਲਿਖੀ ਗਈ ਹੈ। ਲਾਪਤਾ ਕਿਸਾਨਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾਵੇ, ਬਾਜਵਾ ਵੱਲੋਂ ਇਹ ਗੱਲ ਕਹੀ ਗਈ। ਲਾਪਤਾ ਕਿਸਾਨਾਂ ਦੇ ਪਰਿਵਾਰ ਫਿਲਹਾਲ ਚਿੰਤਤ ਹਨ ਔਰ 26 ਜਨਵਰੀ ਤੋਂ ਲਾਪਤਾ ਹਨ 100 ਦੇ ਕਰੀਬ ਕਿਸਾਨ। ਪੰਜਾਬ ਦੇ ਲੋਕਾਂ ਦੀ ਸੁਰੱਖਿਆ ਦੇ ਲਈ ਕਦਮ ਚੁੱਕੇ ਜਾਣ ਔਰ ਸਿੰਘੂ ਬਾਰਡਰ ਤੇ ਕਿਸਾਨਾਂ ਦੀ ਸੁਰੱਖਿਆ ਲਈ ਤੈਨਾਤ ਹੋਵੇ ਪੰਜਾਬ ਪੁਲਿਸ। ਤਾਂ ਪ੍ਰਤਾਪ ਬਾਜਵਾ ਵੱਲੋਂ ਇਹ ਗੱਲ ਕਹੀ ਗਈ ਕਿ ਪੰਜਾਬ ਪੁਲਿਸ ਤੈਨਾਤ ਹੋਣੀ ਚਾਹੀਦੀ ਹੈ ਉਹ ਕਿਸਾਨਾਂ ਦੀ ਸੁਰੱਖਿਆ ਵਾਸਤੇ ਜੋ ਇਸ ਵੇਲੇ ਅੰਦੋਲਨ ਦੇ ਵਿੱਚ ਸ਼ਾਮਿਲ ਨੇ, ਕਿਉਂਕਿ ਜਿਸ ਤਰ੍ਹਾਂ 2 ਦਿਨ ਪਹਿਲਾਂ ਜੋ ਤਸਵੀਰ ਸਾਹਮਣੇ ਆਈ ਸੀ ਸਿੰਘੂ ਬਾਰਡਰ ਦੀ, ਜਿੱਥੇ ਕਿ ਕੁਝ ਪ੍ਰਦਰਸ਼ਨਕਾਰੀ ਤਿਰੰਗਾ ਲੈ ਕੇ ਪਹੁੰਚ ਗਏ ਸਨ ਔਰ ਉਹਨਾਂ ਵੱਲੋਂ ਇਹ ਮੰਗ ਕੀਤੀ ਜਾ ਰਹੀ ਸੀ ਕਿ ਸਿੰਘੂ ਬਾਰਡਰ ਨੂੰ ਖਾਲੀ ਕਰਵਾਇਆ ਜਾਵੇ। ਇਸ ਦੇ ਨਾਲ तमाम ਜਿਹੜੇ ਬਾਰਡਰ ਨੇ ਜਿੱਥੇ ਕਿ ਕਿਸਾਨ ਇਸ ਵੇਲੇ ਡਟੇ ਹੋਏ ਨੇ ਉਹਨਾਂ ਨੂੰ ਖਾਲੀ ਕਰਾਇਆ ਜਾਏ। ਉਸ ਤੋਂ ਬਾਅਦ ਪ੍ਰਤਾਪ ਬਾਜਵਾ ਵੱਲੋਂ ਇਹ ਚਿੱਠੀ ਲਿਖੀ ਗਈ ਔਰ ਉਹ ਨੌਜਵਾਨਾਂ ਦਾ ਵੀ ਜ਼ਿਕਰ ਕੀਤਾ ਗਿਆ ਜੋ ਕਿ 26 ਜਨਵਰੀ ਤੋਂ ਬਾਅਦ ਗਾਇਬ ਨੇ। ਤਾਂ ਫਿਲਹਾਲ ਇੱਕ ਵਾਰ ਰੁਕ ਕਰ ਲੈਣੇ, ਮੇਰੇ ਸਹਿਯੋਗੀ ਪੰਕਜ ਕਪਾਹੀ ਸਾਡੇ ਨਾਲ ਸਿੱਧੇ ਦਿੱਲੀ ਤੋਂ ਜੁੜੇ ਹੋਏ ਨੇ। ਪੰਕਜ, ਇੱਕ ਚਿੱਠੀ ਲਿਖੀ ਗਈ ਹੈ, ਪ੍ਰਤਾਪ ਬਾਜਵਾ ਵੱਲੋਂ ਇਹ ਚਿੱਠੀ ਲਿਖੀ ਗਈ ਹੈ ਔਰ ਕੈਪਟਨ ਅਮਰਿੰਦਰ ਸਿੰਘ ਨੂੰ ਕਿ ਖਾਸ ਕਰਕੇ ਉਹ ਨੌਜਵਾਨਾਂ ਜੋ ਲਾਪਤਾ ਹੋਏ ਨੇ 26 ਜਨਵਰੀ ਨੂੰ ਉਹਨਾਂ ਦਾ ਪਤਾ ਲਗਾਇਆ ਜਾ ਸਕੇ ਔਰ ਇਸ ਦੇ ਨਾਲ ਹੀ ਜੋ ਸਿੰਘੂ ਬਾਰਡਰ ਤੇ ਜੋ ਲੋਕ ਮੌਜੂਦ ਨੇ ਉਹਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ। ਕੀ ਕੁਝ ਅਪਡੇਟ ਤੁਹਾਡੇ ਕੋਲ? ਕਾਂਗਰਸ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਜੋ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿਖੀ ਹੈ ਔਰ ਚਿੰਤਾ ਵਿਅਕਤ ਕੀਤੀ ਹੈ। ਪ੍ਰਤਾਪ ਬਾਜਵਾ ਹੋਰਾਂ ਦੇ ਨਾਲ ਗੱਲਬਾਤ ਕਰ ਲੈਂਦੇ ਆ। ਬਾਜਵਾ ਸਾਹਿਬ, ਚਿੱਠੀ ਮੁੱਖ ਮੰਤਰੀ ਨੂੰ ਲਿਖੀ ਔਰ ਤੁਸੀਂ ਕਿਹਾ ਕਿ ਮਿਸਿੰਗ ਹੈ। ਪੁਲਿਸ ਇਹ ਜਾਣਕਾਰੀ ਦੇ ਰਹੀ ਹੈ ਕਿ 26 ਤਰੀਕ ਨੂੰ ਜੋ ਕੁਝ ਹੋਇਆ ਉਸ ਤੋਂ ਬਾਅਦ ਕੁਝ ਲੋਕਾਂ ਨੂੰ ਹਿਰਾਸਤ 'ਚ ਲਿੱਤਾ ਗਿਆ, ਕੁਝ ਲੋਕਾਂ ਤੇ ਪਰਚੇ ਦਰਜ ਕੀਤੇ ਗਏ, ਕੁਝ ਲੋਕਾਂ ਨੂੰ ਤਿਹਾੜ ਵੀ ਭੇਜਿਆ ਗਿਆ ਹੈ। ਦੇਖੋ, ਗੱਲ ਇਸ ਤਰ੍ਹਾਂ ਹੈ ਕਿ ਜੇ ਕੋਈ ਹਿਰਾਸਤ 'ਚ ਲਿਆ ਗਿਆ ਤੇ ਪੁਲਿਸ ਦਾ ਫਰਜ਼ ਬਣਦਾ ਹੈ ਸਾਰਿਆਂ ਨੂੰ ਪਹਿਲੇ ਉਹਨਾਂ ਦੇ ਮਾਪਿਆਂ ਨੂੰ ਇਤਲਾਹ ਦੇਣੀ। ਉਸ ਤੋਂ ਬਾਅਦ ਉਹਦੀ ਇਤਲਾਹ, ਕਿਉਂਕਿ ਉਹ ਮਾਪੇ ਫਿਰ ਘੱਟ ਤੋਂ ਘੱਟ ਵਕੀਲਾਂ ਨੂੰ ਇਤਲਾਹ ਦੇ ਸਕਦੇ, ਕਿਸੇ ਦੀ ਜ਼ਮਾਨਤ ਕਰਾਈ ਜਾ ਸਕਦੀ ਜਾਂ ਕਿਸੇ ਨੂੰ ਪਤਾ ਤੇ ਹੋਏ ਫਿਜ਼ੀਕਲੀ ਬੰਦੇ ਕੀ। ਸਾਰਿਆਂ ਨੂੰ ਪਹਿਲੀ ਗੱਲ ਹੈ ਫਿਜ਼ੀਕਲ ਸੇਫਟੀ, ਕੀ ਉਹ ਜ਼ਿੰਦਾ ਨੇ, ਕੀ ਉਹ ਫਿਜ਼ੀਕਲੀ ਸੇਫ ਨੇ। ਦੂਸਰੀ ਗੱਲ ਹੈ ਕਿੱਥੇ ਨੇ। ਜੇ ਪੁਲਿਸ ਕਿਸੇ ਨੂੰ ਵੀ 24 ਘੰਟਿਆਂ ਤੋਂ ਵੱਧ ਆਪਣੀ ਹਿਰਾਸਤ 'ਚ ਰੱਖ ਨਹੀਂ ਸਕਦੀ ਜਿੰਨੀ ਦੇਰ, ਅਦਰਵਾਈਜ਼ ਉਹਨੂੰ ਜੁਡੀਸ਼ੀਅਲ ਕਸਟਡੀ ਜੇਲ੍ਹ 'ਚ ਘੱਲਿਆ ਜਾਂਦਾ। ਕਿੰਨੇ ਬੰਦੇ ਤਿਹਾੜ ਜੇਲ੍ਹ 'ਚ ਗਏ ਨੇ ਉਹ ਵੀ ਕੱਲ ਰਾਤ ਪਤਾ ਲੱਗਾ ਕਿ ਉੱਥੇ ਨੇ। ਸੋ ਮੈਂ ਇੱਕ ਚਿੱਠੀ ਦੇ ਜ਼ਰੀਏ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਇਹ ਗੱਲ ਕਹੀ, ਤੁਸੀਂ ਮੁੱਖ ਮੰਤਰੀ ਹੋ ਪੰਜਾਬ, ਸਾਰਿਆਂ ਨਾਲੋਂ ਵੱਡੀ ਜ਼ਿੰਮੇਵਾਰੀ ਤੁਹਾਡੇ ਮੋਢਿਆਂ ਤੇ। ਤੁਸੀਂ ਅੱਜ ਚੰਡੀਗੜ੍ਹ ਨਾ ਬੈਠੋ, ਤੁਸੀਂ ਹੁਣ ਦਿੱਲੀ ਆਓ, ਹੋਮ ਮਿਨਿਸਟਰ ਨੂੰ ਮਿਲੋ, ਬਕਾਇਦਾ ਤੌਰ ਇੱਕ ਤੇ ਉਹਨਾਂ ਦਾ ਲੱਭਣ ਦੀ ਕੋਸ਼ਿਸ਼ ਕਰੀ ਕਿ ਉਹ ਬੰਦੇ ਹੈ ਕਿੱਥੇ ਨੇ, ਉਹਦੀ ਕੰਪਲੀਟ ਲਿਸਟ ਆਏ। ਅਸੀਂ ਮੈਂ ਉਹਨਾਂ ਨੂੰ ਇਹ ਵੀ ਅਪੀਲ ਅੱਜ ਵਿਸ਼ੇਸ਼ ਤੌਰ ਕਰਾਂਗਾ ਕਿ ਐਡਵੋਕੇਟ ਜਨਰਲ ਦਾ ਆਫਿਸ ਜਿਹੜਾ ਤੁਹਾਡੇ ਕੋਈ 200-300 ਇਹਨਾਂ ਕੋਲ ਵਕੀਲ ਹੈ, ਸਾਰਿਆਂ ਨੂੰ ਦਿੱਲੀ ਬਿਠਾਓ, ਉਹਨਾਂ ਮੁੰਡਿਆਂ ਦੀ ਮਦਦ ਕੀਤੀ ਜਾਏ। ਆਪਣੇ ਬੱਚੇ ਨੇ ਜਿਹੜੇ ਵੀ ਪੰਜਾਬ ਚੋਂ ਆਏ ਨੇ ਉਸ ਦਿਨ, ਤੇ ਉਹ ਕਿਸੇ ਦੀ ਜ਼ਮਾਨਤ ਕਰਾਉਣ ਦੀ ਲੋੜ ਹੈ, ਕਿਸੇ ਨੂੰ ਪੁਲਿਸ ਦੀ ਮਦਦ ਦੀ ਲੋੜ ਹੈ, ਤੇ ਉਹ ਸਾਰੀ ਲੀਗਲ ਟੀਮ ਇੱਥੇ ਪਹੁੰਚਣੀ ਚਾਹੀਦੀ ਪੰਜਾਬ ਦੀ ਐਡਵੋਕੇਟ ਜਨਰਲ ਆਫਿਸ। ਨੰਬਰ 2 ਮੈਂ ਗੱਲ ਕਹੀ ਹੈ ਕਿ ਸਾਡੇ ਕਿਸਾਨ ਯੂਨੀਅਨਸ ਦੇ ਲੀਡਰ ਜਿਹੜੇ ਨੇ ਉਹਨਾਂ ਦੇ ਵੀ ਮੈਂ ਸਮਝਣਾ ਜ਼ਿੰਦਗੀ ਜਿਹੜੀ ਹੈ ਅੰਡਰ ਥ੍ਰੈਟ ਹੈ। ਜਿਸ ਕਿਸਮ ਦਾ ਮਾਹੌਲ ਹੈ ਤੁਸੀਂ ਵੇਖਿਆ, ਪੁਲਿਸ ਰੈਪਿਡ ਫੋਰਸ ਦੀ ਮਦਦ ਦੇ ਨਾਲ ਚੰਦ ਗੁੰਡਾ ਅਨਸਰ ਉੱਥੇ ਆਏ ਨੇ। ਜਦੋਂ ਅੱਗੋਂ ਕੋਈ ਚੈਲੰਜ ਕਰਦਾ ਤੇ ਉਦੋਂ ਰੈਪਿਡ ਫੋਰਸ ਅੱਗੇ ਆ ਜਾਂਦੀ ਹੈ, ਨਹੀਂ ਤੇ ਉਹ ਪਥਰਾਓ ਕਰਦੇ ਰਹਿੰਦੇ ਨੇ। ਸੋ ਇਹ ਚੀਜ਼ ਵਾਸਤੇ ਮੈਂ ਮੰਗ ਕੀਤੀ ਹੈ, ਭਾਵੇਂ ਇਹ ਕਾਨੂੰਨੀ ਤੌਰ ਲੱਗਦੀ ਤੇ ਡਿਫਿਕਲਟ ਹੈ, ਬਟ ਆਪਣੇ ਲੋਕਾਂ ਨੂੰ ਪ੍ਰੋਟੈਕਟ ਕਰਨ ਵਾਸਤੇ ਸਾਨੂੰ 500-400 ਬੰਦਾ ਪੰਜਾਬ ਪੁਲਿਸ ਦਾ ਭਾਵੇਂ ਚਿੱਟੇ ਕੱਪੜੀ ਘੱਲੋ ਜ਼ਰੂਰ ਘੱਲਣਾ ਚਾਹੀਦਾ, ਸੋ ਦੈਟ ਅਸੀਂ ਆਪਣੇ ਲੋਕਾਂ ਨੂੰ ਤੇ ਆਪਣੇ ਲੀਡਰਸ ਨੂੰ ਸੇਫਗਾਰਡ ਕਰ। ਤੁਸੀਂ ਕਹਿ ਰਹੇ ਹੋ ਸਿੰਘੂ ਬਾਰਡਰ, ਟਿਕਰੀ ਬਾਰਡਰ ਦੇ ਉੱਤੇ ਪੰਜਾਬ ਪੁਲਿਸ ਆਵੇ, ਉਹ ਉੱਥੇ ਜਿਹੜਾ ਵਾ ਡਿਊਟੀ ਦੇਵੇ। ਨਹੀਂ, ਜ਼ਰੂਰ ਵੇਖੋ, ਹੈ ਤੇ ਭਾਵੇਂ ਕਾਨੂੰਨੀ ਤੌਰ ਤੇ ਜੇ ਵੇਖਿਆ ਜਾਏ ਹੈ ਤੇ ਮੁਸ਼ਕਿਲ ਕੰਮ ਹੈ। ਪੰਜਾਬ ਪੁਲਿਸ ਦਾ ਕੰਮ ਹੈ ਪੰਜਾਬ ਦੇ ਵਿੱਚ ਹੀ ਕੰਟਰੋਲ ਕਰਨਾ, ਆਊਟ ਆਫ ਪੰਜਾਬ ਜੂਰਿਸਡਿਕਸ਼ਨ ਨਹੀਂ ਹੈ। ਬਟ ਇੱਕ ਪੜ੍ਹਿਆ ਲਿਖਿਆ ਮੈਂਬਰ ਆਫ ਪਾਰਲੀਮੈਂਟ ਹੋਣ ਦੇ ਮੈਂ ਇਹ ਸਮਝਣਾ ਕਿ ਬਹੁਤ ਸਾਰੇ ਸਾਡੇ ਪੋਲੀਟੀਸ਼ੀਅਨਸ ਨੇ, ਹੋਰ ਲੋਕ ਨੇ ਜਿਨ੍ਹਾਂ ਨੂੰ ਪੁਲਿਸ ਦੀ ਜਿਹੜੀ ਸੁਰੱਖਿਆ ਉਹ ਤੇ ਮਿਲਦੀ ਹੈ ਸੂਬੇ ਦੇ ਵਿੱਚ, ਬਟ ਉਹ ਜਦੋਂ ਟਰੈਵਲ ਕਰਦੇ ਨੇ ਹਰਿਆਣੇ ਵੀ ਆ ਜਾਂਦੇ, ਦਿੱਲੀ ਵੀ ਆ ਜਾਂਦੇ, ਦਿੱਲੀ ਤੋਂ ਬਾਹਰ ਵੀ ਹਿੰਦੁਸਤਾਨ 'ਚ ਲੈ ਜਾਂਦੇ ਨੇ। ਸੋ ਜਾਂ ਫਿਰ ਇੱਥੇ ਆ ਕੇ ਇੰਸ਼ੋਰ ਕਰਨ ਸੈਂਟਰਲ ਗਵਰਨਮੈਂਟ ਦੇ ਨਾਲ ਕਿ ਸਾਡੇ ਉਹ ਲੋਕ ਟੋਟਲੀ ਜਿਹੜੇ ਨੇ ਸੇਫ ਰਹਿਣ, ਤੇ ਇਸ ਕਿਸਮ ਦੀ ਫੋਰਸ ਲਾਈ ਜਾ ਸਕੇ ਜਿਹੜੀ ਪਾਰਟੀਜ਼ਾਨ ਰੋਲ ਨਾ ਕਰੇ। ਉਹਦਾ ਮਤਲਬ ਹੈ ਕਿ ਬਦਮਾਸ਼ ਐਲੀਮੈਂਟ ਨੂੰ ਮਦਦ ਕਰਕੇ ਜਿਹੜੇ ਬੈਠੇ ਹੋਏ ਸਾਡੇ ਕਿਸਾਨ ਭਰਾ ਨੇ, ਸਾਡੀਆਂ ਕਿਸਾਨ ਯੂਨੀਅਨਸ ਨੇ, ਉਹਨਾਂ ਦੇ ਗੱਲ ਨਾ ਪਵਾਇਆ ਜਾਏ। ਇਹੋ ਜੀ ਫੋਰਸ ਮੰਗਵਾਈ ਜਾਏ ਜਿਹਦੇ ਤੇ ਘੱਟ ਤੋਂ ਘੱਟ ਦੋਨੋਂ ਤਰਫੀ ਯਕੀਨ ਹੋਏ ਕਿ ਸਾਨੂੰ ਇਹ ਪ੍ਰੋਟੈਕਟ ਕਰਕੇ ਰੱਖੇ। ਹੋਮ ਮਿਨਿਸਟਰ ਨੂੰ ਮਿਲਣ ਦਾ ਤੁਸੀਂ ਜ਼ਿਕਰ ਕੀਤਾ, ਕੀ ਕੁਝ ਹੋਮ ਮਿਨਿਸਟਰ ਦੇ ਸਾਹਮਣੇ ਗੱਲ ਰੱਖੀ ਜਾਵੇ? ਕਿਉਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜਦੋਂ 26 ਨਵੰਬਰ ਨੂੰ ਹੋਮ ਮਿਨਿਸਟਰ ਨੂੰ ਮਿਲੇ ਸੀ, ਉਹਨਾਂ ਨੇ ਦੱਸਿਆ ਸੀ
ਕਿ ਡਰੋਨ ਦੇ ਜ਼ਰੀਏ ਖਾਸ ਤੌਰ ਤੇ ਤੁਹਾਡੇ ਜੋ ਬਾਰਡਰ ਇਲਾਕਾ ਪੈਂਦਾ ਵਾ ਉੱਥੇ ਹਥਿਆਰ ਆਉਂਦੇ ਨੇ, ਉੱਥੋਂ ਡਰੱਗਸ ਆਉਂਦਾ ਵਾ, ਔਰ ਪਾਕਿਸਤਾਨ ਦਾ ਇਹ ਚੀਜ਼ ਚਾਹੁੰਦਾ ਜੋ ਜਿਸ ਤਰੀਕੇ ਨਾਲ ਡਿਸਟਰਬੈਂਸ ਹੋ ਰਹੀ, ਔਰ ਅੱਤਵਾਦ ਦਾ ਦੌਰ ਪਹਿਲਾਂ ਵੀ ਪੰਜਾਬ ਨੇ ਦੇਖਿਆ। ਦੇਖੋ ਇਹ ਗੱਲ ਠੀਕ ਹੈ, ਚਲੋ ਉਹ ਤੇ ਐਜ਼ ਅ ਹੋਮ ਮਿਨਿਸਟਰ ਟੂ ਹੋਮ ਮਿਨਿਸਟਰ ਉਹਨਾਂ ਗੱਲ ਕੀਤੀ। ਚੀਫ ਮਿਨਿਸਟਰ ਜਿਹੜੇ ਪੰਜਾਬ ਨੇ ਉਹਨਾਂ ਕੋਲ ਹੋਮ ਦਾ ਮਹਿਕਮਾ ਵੀ ਹੈ ਤੇ ਹੋਮ ਮਿਨਿਸਟਰ ਵੀ ਨੇ। ਅੱਜ ਸਾਰਿਆਂ ਨੂੰ ਵੱਡੀ ਸੁਰੱਖਿਆ ਦੀ ਲੋੜ, ਅੱਜ ਸਾਰਿਆਂ ਨੂੰ ਵੱਡਾ ਇੱਕ ਜਿਸ ਕਿਸਮ ਦਾ ਮਾਹੌਲ 26 ਜਨਵਰੀ ਤੋਂ ਬਾਅਦ ਦਾ ਬਣਿਆ, ਉਹਦੇ ਵਿੱਚ ਜਿਹੜੇ ਪੀਸਫੁਲ ਪ੍ਰੋਟੈਸਟਰਸ ਵੀ ਨੇ, ਜਿਹੜੇ ਬੱਚਿਆਂ ਨਾਲ, ਔਰਤਾਂ ਨਾਲ, ਸਾਡੀਆਂ ਬਜ਼ੁਰਗ ਮਾਵਾਂ ਬੈਠੀਆਂ ਨੇ, ਬਜ਼ੁਰਗ ਸਾਡੇ 70-80 ਸਾਲ ਦੇ ਲੋਕ ਬੈਠੇ, ਉਹਨਾਂ ਨੂੰ ਪ੍ਰੋਟੈਕਟ ਕੌਣ ਕਰੇਗਾ? ये यूनियन गवर्नमेंट प्रोटेक्शन नहीं दे रही ਤੇ ਪੰਜਾਬ ਦੇ ਚੀਫ ਮਿਨਿਸਟਰ ਜਿਹੜੇ ਕਸਟੋਡੀਅਨ ਨੇ ਪੰਜਾਬ ਦੇ ਲੋਕਾਂ ਦੇ, ਅੱਜ ਉਹ ਦਿੱਲੀ ਆਣ, ਜਦੋਂ ਇੱਥੇ ਆਣਗੇ ਇੱਥੇ ਮੂਵਮੈਂਟ ਹੋਏਗੀ, ਬਕਾਇਦਾ ਤੌਰ ਆਪਣੇ ਲੋਕਾਂ ਨੂੰ ਜਸਟਿਸ ਦਿਵਾਉਣ ਦੇ ਵਿੱਚ ਨਮਾਇਆ ਰੋਲ ਅਦਾ ਕਰ ਸਕਣਗੇ। ਹੋਰ ਤੇ ਕਿਸੇ ਦੀ ਬਹੁਤੀ ਸੁਣਵਾਈ ਤੇ ਯੂਨੀਅਨ ਗਵਰਨਮੈਂਟ ਕਰਦੀ ਨਹੀਂ, ਬਟ ਚੀਫ ਮਿਨਿਸਟਰ ਨੂੰ ਇਗਨੋਰ ਕਰਨਾ ਇਹਨਾਂ ਵਾਸਤੇ ਮੁਸ਼ਕਿਲ ਹੋਏਗਾ। ਦੂਜਾ, ਕੱਲ ਆਲ ਪਾਰਟੀ ਮੀਟਿੰਗ ਸੱਦੀ ਗਈ, ਪ੍ਰਧਾਨ ਮੰਤਰੀ ਨੇ ਕਿਹਾ ਸਿਰਫ ਇੱਕ ਟੈਲੀਫੋਨ ਦੀ ਦੂਰੀ ਹੈ, ਟੈਲੀਫੋਨ ਤੇ ਕਿਸਾਨ ਜਥੇਬੰਦੀਆਂ ਗੱਲ ਕਰਨ ਔਰ ਪੁਰਾਣਾ ਪ੍ਰਪੋਜ਼ਲ ਤਿਆਰ ਹੈ। ਕਿਸ ਤਰੀਕੇ ਦੇ ਨਾਲ ਪ੍ਰਧਾਨ ਮੰਤਰੀ ਦੀ ਕੱਲ ਗੱਲਬਾਤ ਨੂੰ ਦੇਖਦੇ ਹੋ? ਕੱਲ ਕਾਂਗਰਸ ਵੱਲੋਂ ਗੁਲਾਮ ਨਬੀ ਆਜ਼ਾਦ ਸਾਹਿਬ ਸਾਹਮਣੇ ਆਏ ਸੀਗੇ, ਉਹ ਮੀਟਿੰਗ ਦੇ ਵਿੱਚ ਸੀਗੇ, ਕਿਵੇਂ ਦੇਖਦੇ ਹੋ ਕਿ ਪੁਰਾਣੇ ਪ੍ਰਪੋਜ਼ਲ ਤੇ ਕਿਸਾਨ ਜਥੇਬੰਦੀਆਂ ਰਾਜ਼ੀ ਹੋਣਗੀਆਂ, ਨਵਾਂ ਪ੍ਰਪੋਜ਼ਲ ਸਰਕਾਰ ਭੇਜੇ, 1.5-2 ਸਾਲ ਨਹੀਂ 3 ਸਾਲ ਭੇਜੇ, ਜਾਂ ਫਿਰ ਕਿਵੇਂ ਗੱਲਬਾਤ ਸ਼ੁਰੂ ਹੋਏਗੀ? ਕਿਉਂਕਿ ਗੱਲਬਾਤ ਤਾਂ ਟੁੱਟ ਚੁੱਕੀ ਹੈ। ਦੇਖੋ ਮੈਂ ਕੱਲ ਦਾ ਜਿਹੜਾ ਪ੍ਰਾਈਮ ਮਿਨਿਸਟਰ ਸਾਹਿਬ ਦੀ ਇਹ ਅਪੀਲ ਹੈ ਕਿ ਮੈਂ ਇੱਕ ਟੈਲੀਫੋਨ ਅਵੇ ਹਾਂ, ਮੈਂ ਇੱਕ ਕਾਲ ਅਵੇ ਹਾਂ, ਮੈਨੂੰ ਜਦੋਂ ਮਰਜ਼ੀ ਕਰ ਲਓ, ਇਹ ਬਿਲਕੁਲ ਠੀਕ ਹੈ। ਬਟ ਅੱਜ ਪਾਰਲੀਮੈਂਟ ਔਨ ਹੈ, ਇਹ ਕਾਨੂੰਨ ਜਦੋਂ ਇਹ ਕਾਨੂੰਨ ਵੀ ਜਿਹੜੇ ਬਣੇ ਨੇ ਪਾਰਲੀਮੈਂਟ ਦੇ ਵਿੱਚ ਬਣੇ ਨੇ, ਸਮੁੱਚੀਆਂ ਰਾਜਨੀਤਿਕ ਪਾਰਟੀਆਂ, ਵਿਸ਼ੇਸ਼ ਤੌਰ ਸਾਰੀ ਆਪੋਜੀਸ਼ਨ ਹਿੰਦੁਸਤਾਨ ਦੀ ਇਹ ਮੰਗ ਕਰ ਰਹੀ ਹੈ ਕਿ ਜਿਹੜੀ ਕਿਸਾਨਾਂ ਦੀਆਂ ਜੈਨੂਇਨ ਡਿਮਾਂਡਸ ਨੇ, ਜਿਨ੍ਹਾਂ ਦੀ ਬਿਹਤਰੀ ਵਾਸਤੇ ਤੁਸੀਂ ਕਹਿੰਦੇ ਹੋ ਅਸੀਂ ਬਣਾਈਆਂ, ਉਹ ਖੁਦ ਰਿਜੈਕਟ ਕਰ ਰਹੇ ਨੇ। ਇਹਦੇ ਵਿੱਚ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਵੱਡਾ ਦਿਲ ਵਿਖਾਉਣ ਦੀ ਲੋੜ ਹੈ, ਸਟੇਟਸਮੈਨਸ਼ਿਪ ਦੀ ਲੋੜ ਹੈ। ਬਜਾਏ ਟੈਲੀਫੋਨ ਇਹ ਇੰਤਜ਼ਾਰ ਕਰਨ, ਇਹ ਸਗੋਂ ਟੈਲੀਫੋਨ ਕਰਨ ਸਾਰਿਆਂ ਨੂੰ, ਆਪੋਜੀਸ਼ਨ ਲੀਡਰਾਂ ਨੂੰ ਤੇ ਕਿਸਾਨ ਲੀਡਰਾਂ ਨੂੰ, ਆਓ ਮੇਰੇ ਕੋਲ, ਨਹੀਂ ਤੁਸੀਂ ਪਸੰਦ ਕਰਦੇ ਮੈਂ ਵਾਪਸ ਲੈ ਲੈਣਾ। ਤੇ ਰੱਦ ਹੀ ਬਜਾਏ ਇਹ ਟੈਲੀਫੋਨ ਕਿਸਾਨਾਂ ਦਾ ਡੀਕਣ, ਮੈਂ ਰਾਏ ਮੋਦੀ ਸਾਹਿਬ ਨੂੰ ਦਊਂਗਾ, ਤੁਸੀਂ ਟੈਲੀਫੋਨ ਕਰੋ ਆਪੋਜੀਸ਼ਨ ਦੇ ਸਾਰੇ ਲੀਡਰਾਂ ਨੂੰ, ਕਿਸਾਨ ਯੂਨੀਅਨਸ ਜਿਹੜੀਆਂ ਹਿੰਦੁਸਤਾਨ ਦੀਆਂ 40 ਦੀ 40, ਉਹਨਾਂ ਨੂੰ ਬੁਲਾਓ, ਉਹਨਾਂ ਨੂੰ ਕਹੋ ਜੀ ਮੈਂ ਵਾਪਸ ਲੈਣ ਲੱਗਾ ਹਾਂ, 2 ਸਾਲ ਤੋਂ ਬਾਅਦ ਅਸੀਂ ਫੇਰ ਨਵੇਂ ਸਿਰੋਂ ਲਿਆਵਾਂਗੇ। ਜਦੋਂ ਲੈ ਕੇ ਆਵਾਂਗੇ ਉਦੋਂ ਕਿਸਾਨ ਯੂਨੀਅਨਸ ਨੂੰ ਵੀ, ਉਦੋਂ ਜਿਹੜੇ ਉੱਥੋਂ ਦੇ ਚੀਫ ਮਿਨਿਸਟਰ ਨੇ ਉਹਨਾਂ ਸੂਬਿਆਂ ਦੇ, ਉੱਥੋਂ ਦੇ ਮੈਂਬਰਸ ਆਫ ਪਾਰਲੀਮੈਂਟ ਨੇ, ਉੱਥੋਂ ਦੇ ਜਿਹੜੇ ਐਗਰੀਕਲਚਰ ਸਾਇੰਟਿਸਟ ਨੇ, ਸਾਰੇ ਸਟੇਕ ਹੋਲਡਰਸ ਨਾਲ ਗੱਲ ਕਰਕੇ ਨਵੇਂ ਕਾਨੂੰਨ ਲਿਆਓ। ਚੇਂਜਸ ਅਸੀਂ ਚਾਹੁੰਦੇ ਹਾਂ ਕਿ ਐਗਰੀਕਲਚਰ ਦੀ ਬਿਹਤਰੀ ਵਾਸਤੇ ਆਣ, ਬਟ ਉਹ ਨਾ ਹੋਏ ਜਿਹੜੇ ਜ਼ਿਮੀਂਦਾਰ ਕਿਸਾਨ ਜਿਹੜੇ ਨਹੀਂ ਚਾਹੁੰਦੇ, ਜਿਹੜੇ ਕਿਸਾਨਾਂ ਦੇ ਹਿੱਤ ਵਿੱਚ ਕਾਨੂੰਨ ਹੈ ਨਹੀਂ, ਉਹਨਾਂ ਨੂੰ ਵਾਪਸ ਲੈਣਾ। ਨਹੀਂ, ਕਾਨੂੰਨ ਰੱਦ ਦੀ ਤੁਸੀਂ ਕਹਿ ਰਹੇ ਹੋ ਜਾਂ ਫਿਰ ਸਰਕਾਰ ਜੋ ਕਹਿ ਰਹੀ ਕਿ 2 ਸਾਲਾਂ ਦੇ ਉੱਤੇ ਰੋਕ ਲੱਗੇ? ਰੋਕ ਦੀ ਤੁਸੀਂ ਗੱਲ ਕਹਿ ਰਹੇ ਹੋ ਕਿ ਰੋਕ 2 ਸਾਲਾਂ ਤੇ ਲੱਗੇ? ਮੈਂ ਇਹ ਗੱਲ ਕਹਿ ਰਿਹਾ ਕਿ ਪਾਰਲੀਮੈਂਟ ਦੇ ਵਿੱਚ ਜਿਸ ਢੰਗ ਦੇ ਨਾਲ ਇਹ ਲੈ ਕੇ ਆਏ ਨੇ, ਪਾਰਲੀਮੈਂਟ ਦੇ ਵਿੱਚ VOTING ਵੀ ਨਹੀਂ ਹੋਣ ਦਿੱਤੀ ਰਾਜ ਸਭਾ 'ਚ, ਧੱਕੇ ਨਾਲ ਲਿਆਏ। ਹੁਣ ਗਵਰਨਮੈਂਟ ਨੂੰ ਵੇਖੋ, ਇਸ ਗੱਲ ਉਹਨਾਂ ਦੇ ਸਾਹਮਣੇ ਆ ਗਈ ਕਿ ਲੋਕਾਂ ਨੇ ਰਿਜੈਕਟ ਕਰ ਦਿੱਤਾ, ਪਾਰਲੀਮੈਂਟੇਰੀਅਨਸ ਨੇ ਵੀ ਰਿਜੈਕਟ ਕੀਤਾ, ਪੋਲੀਟੀਕਲ ਪਾਰਟੀਆਂ ਨੇ ਵੀ ਕੀਤਾ, ਸਮੁੱਚੀ ਕਿਸਾਨ ਯੂਨੀਅਨਸ ਨੇ ਕੀਤਾ। ਬੈਟਰ ਇਹ ਹੋਏਗਾ ਕਿ ਤੁਸੀਂ ਉਹਨਾਂ ਨੂੰ ਕਹਿੰਦੇ ਹੋ ਕਿ ਜੀ ਅਸੀਂ 2 ਸਾਲ ਵਾਸਤੇ ਇਹਨਾਂ ਤੇ ਰੋਕ ਲਾ ਦੇਣੇ। ਇਹਦੇ ਚ ਕੀ ਮੈਂ ਇੱਕ ਦੂਜੀ ਰਾਏ ਦੇਣਾ ਕਿ ਇਹਦੇ ਨਾਲੋਂ ਬੈਟਰ ਨਹੀਂ ਕਿ ਤੁਸੀਂ ਆਪ ਟੈਲੀਫੋਨ ਕਰਕੇ ਫਰਾਖਦਿਲੀ ਵਿਖਾਓ, ਵੱਡਾ ਦਿਲ ਵਿਖਾਓ, ਤੁਸੀਂ ਕਹੋ ਜੀ ਮੈਂ ਕਾਨੂੰਨ ਹੀ ਵਾਪਸ ਲੈਣਾ, 2 ਸਾਲ ਬਾਅਦ ਅਸੀਂ ਨਵੇਂ ਕਾਨੂੰਨ ਲੈ ਕੇ ਆਵਾਂਗੇ। ਲੇਕਿਨ ਸਰਕਾਰ ਇਸ ਗੱਲ ਨੂੰ ਤਿਆਰ ਨਹੀਂ। ਸਰਕਾਰ ਤਾਂ ਕਹਿ ਰਹੀ ਕਾਨੂੰਨਾਂ ਦੇ ਵਿੱਚ ਸੋਧ ਕਰਵਾ ਲਓ, ਕਮੇਟੀ ਬਣਾ ਲਓ, ਅਗਰ 2 ਸਾਲਾਂ ਤੇ ਰੋਕ ਲਗਾ ਦਿੰਦੇ ਆ ਕਾਨੂੰਨ ਵਾਪਸ ਨਹੀਂ ਹੋਣਗੇ। ਸਰਕਾਰ ਇਹ ਗੱਲ ਕਹਿ ਰਹੀ। ਮੈਂ ਉਹੀ ਗੱਲ ਕਹਿ ਰਿਹਾ, ਜਦੋਂ ਇਹ ਕਹਿ ਰਹੇ ਅਸੀਂ ਰੋਕ ਲਾ ਦਿੰਨੇ ਆ, ਉਹਦਾ ਮਤਲਬ ਰੋਕ ਕਿਉਂ ਲਾਣਗੇ? ਰੋਕ ਲਾਉਣ ਦਾ ਮਕਸਦ ਇਹ ਹੈ ਕਿ ਉਹਦੇ ਵਿੱਚ ਬਹੁਤ ਵੱਡੀਆਂ ਉਨਤਾਈਆਂ ਹੈ ਨੇ, ਕੁਤਾਈਆਂ ਹੈ ਨੇ ਇਸ ਕਾਨੂੰਨ ਦੇ ਵਿੱਚ। ਜਦੋਂ ਅਸੀਂ ਆਪ ਮੰਨ ਲਿਆ ਕਿ ਕਾਨੂੰਨ ਬਣਾਉਣ ਦੇ ਵਿੱਚ ਬਹੁਤ ਸਾਰੀਆਂ ਕਮੀਆਂ ਪੇਸ਼ੀਆਂ ਰਹਿ ਗਈਆਂ, ਤੇ ਨਵਾਂ ਕਾਨੂੰਨ ਲਿਆਉਣ ਦੀ ਕਿਹੜੀ ਪ੍ਰੋਬਲਮ ਹੈ? ਜਿਹੜਾ 2 ਸਾਲ ਵਾਸਤੇ ਰੋਕ ਲਾਉਂਦੇ ਨੇ, ਇਹ 2 ਸਾਲ ਵਾਪਸ ਲੈ ਲੈਣ, ਕਿਸਾਨ ਵੀ ਵਾਪਸ ਚਲੇ ਜਾਣ, ਆਪੋਜੀਸ਼ਨ ਪਾਰਟੀਆਂ ਵੀ ਚੰਗੀ ਤਰ੍ਹਾਂ ਸੈਸ਼ਨ ਨੂੰ ਚੱਲ ਲੈਣ ਦੇਣ, ਅਸੀਂ ਜਿਹੜੀ ਇਕਨੋਮੀ ਵੱਲ ਧਿਆਨ ਕਰੀਏ, ਬੇਰੁਜ਼ਗਾਰੀ ਵੱਲ ਕਰੀਏ, ਬਾਕੀ ਚੀਜ਼ਾਂ ਵੱਲ ਕਰੀਏ, ਕਿਸਾਨਾਂ ਨੂੰ ਵਾਪਸ ਜਾਣ ਦਿੱਤਾ ਜਾਏ, ਤੇ 2 ਸਾਲ ਬਾਅਦ ਮੈਂ ਕਹਿੰਦਾ ਨਵਾਂ ਕਾਨੂੰਨ ਲੈ ਆਣ। ਇਹ ਕੱਲ ਬਜਟ ਪੇਸ਼ ਹੋਏਗਾ, ਤੁਸੀਂ ਇਹ ਗੱਲ ਰੱਖੋਗੇ ਜਾਂ ਵਿਰੋਧ ਕੀਤਾ ਜਾਏਗਾ? ਕਿਉਂਕਿ ਕਈ ਪਾਰਟੀਆਂ ਬਾਈਕਾਟ ਕਰ ਰਹੀਆਂ, ਕਈ ਪਾਰਟੀਆਂ, ਰਵਨੀਤ ਬਿੱਟੂ ਹੋਰੀ ਅੰਦਰ ਜਾ ਕੇ ਪ੍ਰੋਟੈਸਟ ਕਰ ਰਹੇ, ਸੁਖਵੀਰ ਬਾਦਲ ਹੋਰੀ ਗੇਟ ਮੂਹਰੇ ਪ੍ਰੋਟੈਸਟ ਕਰ ਰਹੇ, ਆਮ ਆਦਮੀ ਪਾਰਟੀ ਗੇਟ ਦੇ ਵਿੱਚ ਬੈਠ ਕੇ ਪ੍ਰੋਟੈਸਟ ਕਰ ਰਹੀ ਹੈ। ਤੁਹਾਡਾ ਕੀ ਰੋਲ ਰਹੇਗਾ ਕੱਲ ਦੇ ਵਿੱਚ? ਕੱਲ ਤੁਸੀਂ ਕੀ ਗੱਲ ਕਰੋਗੇ? ਪ੍ਰੋਟੈਸਟ ਕਰੋਗੇ, ਬਾਈਕਾਟ ਕਰੋਗੇ, ਗੇਟ ਤੇ ਬੈਠੋਗੇ, ਕੀ ਕਰੋਗੇ? ਦੇਖੋ, ਪਾਰਲੀਮੈਂਟ ਜਦੋਂ ਚੱਲਦੀ ਹੋਏ ਤੇ ਹਮੇਸ਼ਾ ਜੋ ਗੱਲ ਕਹਿਣੀ ਹੁੰਦੀ ਉਹ ਅੰਦਰੋਂ ਕਹਿਣੀ ਚਾਹੀਦੀ, ਤੇ ਬਾਹਰ ਗੇਟ ਤੇ ਬਹਿਣਾ ਜਾਂ ਗੇਟ ਦੇ ਅੰਦਰ ਖਲੋਣਾ ਜਾਂ ਕਿਤੇ ਵੀ ਕਰਨਾ, ਉਹ ਤੌਰ ਤਰੀਕੇ ਹੈ ਨੇ। ਹਰ ਪੋਲੀਟੀਕਲ ਪਾਰਟੀ ਨੂੰ ਪੂਰਨ ਹੱਕ ਹੈ। ਮੈਂ ਇਹ ਰਾਏ ਨਹੀਂ ਦੇ ਸਕਦਾ ਕਿ ਕਿਹੜਾ ਕੀ ਕਰ ਰਿਹਾ। ਹਰ
ਪੋਲੀਟੀਕਲ ਪਾਰਟੀ ਦੇ ਹਰ ਮੈਂਬਰ ਆਫ ਪਾਰਲੀਮੈਂਟ ਇਹ ਕੋਸ਼ਿਸ਼ ਕਰ ਰਿਹਾ ਹੈ ਮੁੱਦੇ ਨੂੰ ਉਠਾਇਆ ਜਾਏ। ਤੁਸੀਂ ਕੀ ਕਰੋਗੇ? ਮੈਂ ਕੋਸ਼ਿਸ਼ ਇਹ ਕਰਾਂਗਾ ਕਿ ਹਾਊਸ ਦੇ ਵਿੱਚ ਟਾਈਮ ਲੈ ਕੇ ਆਪਣੀ ਗੱਲ ਸੋ ਸਾਰੇ ਦੇਸ਼ ਦੇ ਵਿੱਚ ਔਨ ਰਿਕਾਰਡ ਹੋਏ। ਜੇ ਅਸੀਂ ਬਾਹਰ ਦਰਵਾਜ਼ੇ ਤੇ ਬੈਠ ਕੇ ਕਰੀ ਚੱਲੀ ਉਹਦੀ ਕੋਈ ਰਿਕਾਰਡਿੰਗ ਨਹੀਂ, ਫੋਟੋ ਹੀ ਆ ਸਕਦੀ ਹੈ। ਬਾਹਰ ਅੰਦਰ ਵੀ ਤੁਸੀਂ ਕੁਝ ਕਰਾਂਗੇ, ਅਸਲ ਸਹੀ ਫੋਰਮ ਤੇ ਗੱਲ ਕਰਨੀ ਚਾਹੀਦੀ ਹੈ। ਜਿਹੜਾ ਫੋਰਮ ਹੈ ਨਹੀਂ ਉੱਥੇ ਗੱਲ ਕੀਤੀ ਜਿਹੜੀ ਹੈ ਉਹ ਤੁਹਾਡਾ ਸਾਰਾ ਐਫਰਟ ਜਿਹੜਾ ਹੈ ਉਹ ਕੀ ਕਹਿੰਦੇ ਨੇ ਜ਼ਾਇਆ ਚਲਾ ਜਾਂਦਾ, ਉਹਦਾ ਕੋਈ ਲਾਭ ਨਹੀਂ ਹੁੰਦਾ। ਅੱਛਾ, ਸਰਕਾਰ ਦਾ ਇਹ ਤਰਕ ਹੈ ਕਿ ਇਸ ਵੇਲੇ ਖੇਤੀਬਾੜੀ ਨੂੰ ਬਦਲਾਅ ਦੀ ਜ਼ਰੂਰਤ ਹੈ। ਕਦੋਂ ਤੱਕ ਝੋਨੇ ਅਤੇ ਕਣਕ ਦੇ ਉੱਤੇ ਰਵਾਂਗੇ? ਪਾਣੀ ਜਿਸ ਤਰੀਕੇ ਨਾਲ ਪੰਜਾਬ ਦਾ ਝੋਨੇ ਕਰਕੇ ਬਿਲਕੁਲ ਹੇਠਾਂ ਜਾ ਰਿਹਾ ਹੈ, ਇਸ ਕਰਕੇ ਸਰਕਾਰ ਕਹਿ ਰਹੀ ਹੈ ਕਿ ਬਦਲਾਅ ਦੀ ਜ਼ਰੂਰਤ ਹੈ, ਇਸ ਕਰਕੇ ਸਾਨੂੰ ਇਹ ਕਾਨੂੰਨ ਲਿਆਣੇ ਪਏ। ਅਸੀਂ ਕਦੋਂ ਕਹਿ ਰਹੇ ਹਾਂ ਕਿ ਨਾ ਕਰੋ? ਸਮੁੱਚਾ ਹਿੰਦੁਸਤਾਨ ਦਾ ਕਿਸਾਨ ਚਾਹੁੰਦਾ ਡਿਵਰਸਿਫਿਕੇਸ਼ਨ ਹੋਏ, ਪਰ ਡਿਵਰਸਿਫਿਕੇਸ਼ਨ ਵਾਸਤੇ ਟਾਈਮ ਦੇਣਾ ਹੁੰਦਾ। ਜਦੋਂ ਵੀ ਅਸੀਂ ਕੋਈ ਕਾਨੂੰਨਾਂ ਦੇ ਵਿੱਚ ਕੋਈ ਪਾਲਿਸੀ ਦੇ ਵਿੱਚ ਤਰਮੀਮ ਲੈ ਕੇ ਆਣੀ ਹੈ, ਅਸੀਂ ਇਹੀ ਗੱਲ ਹੈ ਕਿ ਤੁਸੀਂ ਇਹ 10 ਸਾਲ ਦਾ ਇੱਕ ਲਾਈਨ ਲਾ ਦਿੰਦੇ ਕਿ 10 ਸਾਲਾਂ ਦੇ ਵਿੱਚ ਅਸੀਂ ਝੋਨਾ ਪੰਜਾਬ 'ਚ ਨਹੀਂ ਹੋਣ ਦੇਣਾ। 10 ਸਾਲ ਦਾ ਟਾਈਮ ਦਿੰਦੇ, ਨਵਾਂ ਕ੍ਰੌਪ ਲੈ ਕੇ ਆਓ, ਨਵੀਂ ਫਸਲ ਲੈ ਕੇ ਆਓ। ਵੇਖੋ ਕਿਸਾਨ ਪੰਜਾਬ ਦਾ ਕੀ ਚਾਹੁੰਦਾ, ਕੈਸ਼ ਕ੍ਰੌਪ ਹੈ ਸਾਡੇ ਕੋਲ ਝੋਨਾ, ਜਿੰਨੇ ਪੈਸੇ ਝੋਨੇ 'ਚੋਂ ਫੀ ਏਕੜ ਆਉਂਦੇ ਨੇ ਸਾਨੂੰ ਭਾਵੇਂ ਦਾਲਾਂ 'ਚ ਉਹਨੇ ਦੇ ਦਿਓ, ਸਾਨੂੰ ਪੈਸੇ ਉਹਨੇ ਦੇ ਦਿਓ। ਅੱਜ ਹੀ ਕਿਸਾਨ ਛੱਡਣ ਨੂੰ ਤਿਆਰ ਹੈ। ਝੋਨੇ ਨਾਲ ਕੋਈ ਉਹ ਨਹੀਂ ਕਿ ਝੋਨਾ ਜਾਂ ਕਣਕ ਹੀ ਬੀਜਣਾ ਚਾਹੁੰਦਾ, ਆਲਟਰਨੇਟਿਵ ਕ੍ਰੌਪਿੰਗ ਹੈ ਨਹੀਂ। ਪੰਜਾਬ ਦੇ ਮੈਂ ਤੁਹਾਨੂੰ ਦੱਸਣਾ ਸਾਡੀ ਸਾਰੀ ਬੈਲਟ 'ਚ ਗੰਨਾ ਹੁੰਦਾ, 2-2 ਸਾਲ ਕਿਸਾਨਾਂ ਨੂੰ ਗੰਨੇ ਦੀ ਪੇਮੈਂਟ ਹੀ ਨਹੀਂ ਹੋ ਰਹੀ। ਨਾ ਇਹੀ ਤਾਂ ਕਹਿ ਰਹੀ ਸਰਕਾਰ, ਇਹੀ ਕਹਿ ਰਹੀ ਕਿ ਇਹਨਾਂ ਚੀਜ਼ਾਂ ਤੋਂ ਬਾਹਰ ਕੱਢਣ ਦੀ ਸਾਡੀ ਕੋਸ਼ਿਸ਼ ਸੀਗੀ। ਉਹ ਕਿਸ ਤਰ੍ਹਾਂ ਨਿਕਲਣਗੇ ਜੀ? ਤੁਸੀਂ ਦੱਸੋ। ਸਾਰੇ ਹਿੰਦੁਸਤਾਨ ਦੇ ਵਿੱਚ ਸਹਿਕਾਰੀ ਮਿੱਲਾਂ ਨੇ, 12,000 ਕਰੋੜ ਰੁਪਈਆ ਸਰਕਾਰ, ਸੈਂਟਰ ਸਰਕਾਰ ਨੇ ਅਜੇ ਗੰਨੇ ਦੀ ਮਿੱਲਾਂ ਦਾ ਦੇਣਾ। ਸਾਰੇ ਹਿੰਦੁਸਤਾਨ 12,000 ਕਰੋੜ ਤੋਂ ਉਹਨਾਂ ਦੇਣਾ, ਕਿਸ ਤਰ੍ਹਾਂ ਬਾਹਰ ਕੱਢਣਗੇ ਜੀ? ਪ੍ਰਾਈਵੇਟ ਮਿੱਲਾਂ ਨੇ ਦੇਣਾ। ਇਹ ਨਿਰਾ ਨਹੀਂ, ਇਹ ਹੁਣ ਪ੍ਰਾਈਵੇਟ ਹੱਥਾਂ 'ਚ ਦੇਣਾ ਚਾਹੁੰਦੇ। ਪ੍ਰਾਈਵੇਟ ਮਿੱਲਾਂ ਯੂਪੀ ਦੀਆਂ ਦਾ ਵੇਖੋ ਕੀ ਹਾਲ ਹੈ, ਪੰਜਾਬ ਦੀਆਂ ਪ੍ਰਾਈਵੇਟ ਮਿੱਲਾਂ ਨੇ ਚੁਆਨੀ ਨਹੀਂ ਦਿੱਤੀ। ਅਜੇ ਸਰਕਾਰ ਦੀ ਬੈਟਰ ਪਰਫਾਰਮੈਂਸ ਹੈ ਪ੍ਰਾਈਵੇਟ ਮਿੱਲਾਂ ਨੂੰ ਪੰਜਾਬ। ਲੱਗਦਾ ਬਦਲਾਅ ਦੀ ਜ਼ਰੂਰਤ ਹੈ, ਔਰ ਬਦਲਾਅ ਦੀ ਜ਼ਰੂਰਤ ਦੇ ਵਿੱਚ ਕਾਨੂੰਨਾਂ ਦੀ ਜ਼ਰੂਰਤ ਹੈ ਜਾਂ ਬਦਲਾਅ ਦੀ ਕੋਈ ਜ਼ਰੂਰਤ ਨਹੀਂ? ਉਸੇ ਤਰੀਕੇ ਨਾਲ ਜੋ ਪਹਿਲਾਂ ਚੱਲਦਾ ਆਇਆ ਝੋਨਾ ਕਣਕ ਉਸੇ ਤਰੀਕੇ ਨਾਲ ਚੱਲਦਾ ਰਹੇ। ਦੇਖੋ ਪੰਕਜ ਜੀ, 110% ਬਦਲਾਅ ਦੀ ਜ਼ਰੂਰਤ ਹੈ, ਬਟ ਬਦਲਾਅ ਦੀ ਜ਼ਰੂਰਤ ਚੋਰ ਦਰਵਾਜ਼ੇ ਥਾਣੀ ਨਹੀਂ ਹੋ ਸਕਦੀ। ਤੁਸੀਂ ਦੱਸੋ, ਸਾਰਾ ਦੇਸ਼ ਤੇ ਕਰੋਨਾ ਨੂੰ ਬੈਟਲ ਕਰ ਰਿਹਾ, ਤੁਸੀਂ ਉਸ ਟਾਈਮ ਦੇ ਵਿੱਚ ਆਰਡੀਨੈਂਸਸ ਲਿਆਂਦੇ ਨੇ ਚੋਰ ਦਰਵਾਜ਼ੇ ਤੇ, ਕੀ ਲੋੜ ਸੀ? ਅਸੀਂ ਵੀ ਇਹ ਕਹਿ ਰਹੇ ਸੀ ਕਿ ਜਿਹੜੇ ਨਵੇਂ ਤੁਸੀਂ ਕਾਨੂੰਨ ਲਿਆਂਦੇ ਨੇ ਇੱਕ ਸਿਲੈਕਟ ਕਮੇਟੀ ਨੂੰ ਦੇ ਦਿਓ, ਸਾਰੇ ਸਟੇਕ ਹੋਲਡਰਸ ਆਪਣਾ ਪੁਆਇੰਟ ਆਫ ਵਿਊ ਉਹਨਾਂ ਦੇ ਸਾਹਮਣੇ ਰੱਖੇ, ਜਿਹੜੀਆਂ ਕਮੀਆਂ ਨੇ ਉਹ ਦੂਰ ਕਰ ਲਓ, ਜਿਹੜੀ ਕਿਸਾਨੀ ਦੀ ਬਿਹਤਰੀ ਵਾਸਤੇ ਇਨਕਲੂਡ ਕਰ ਲਓ। ਬਟ ਇਹ ਮੰਨੇ ਨਹੀਂ। ਦੇਖੋ ਗੱਲ ਇਹ ਕਿਉਂ ਵਧੀ ਹੈ? ਅਸੀਂ ਇੰਨੀ ਗੱਲ ਕਰ ਰਹੇ ਸਿਲੈਕਟ ਕਮੇਟੀ ਨੂੰ ਘੱਲ ਦਿੱਤਾ ਜਾਏ। ਜਿਹੜਾ ਮਗਰੋਂ 11 ਰਾਉਂਡ ਆਫ ਟਾਕਸ ਕੀਤੀਆਂ, ਇਹ ਬੈਟਰ ਨਾ ਹੁੰਦਾ ਕਿ ਸਾਰੀਆਂ ਕਿਸਾਨ ਯੂਨੀਅਨ ਉਹ ਸਿਲੈਕਟ ਕਮੇਟੀ ਨੂੰ ਮਿਲਦੀਆਂ, ਸਾਰੇ ਚੀਫ ਮਿਨਿਸਟਰ ਉਸ ਸਿਲੈਕਟ ਕਮੇਟੀ ਨੂੰ ਮਿਲਦੇ, ਸਾਰੇ ਮੈਂਬਰਸ ਆਫ ਪਾਰਲੀਮੈਂਟ ਮਿਲਦੇ, ਸਾਰੇ ਐਗਰੀਕਲਚਰ ਸਾਇੰਟਿਸਟ ਮਿਲਦੇ, ਆਪਣੀ رائے ਦਿੰਦੇ। ਅਸੀਂ ਚਾਹੁੰਦੇ ਹਾਂ ਕਿ ਪੰਜਾਬ ਜਿਹੜਾ ਹੈ ਇਹ ਝੋਨੇ ਤੇ ਕਣਕ ਦੇ ਵਿੱਚੋਂ ਨਿਕਲੇ, ਕਿਉਂਕਿ ਸਾਡਾ ਬਹੁਤ ਭਾਰੀ ਨੁਕਸਾਨ ਪਾਣੀ ਦੇ ਲੈਵਲਸ ਦਾ ਹੋ ਰਿਹਾ ਹੈ, ਬਿਮਾਰੀਆਂ ਦਾ ਹੋ ਰਿਹਾ ਹੈ, ਪੈਸਟੀਸਾਈਡ ਬਹੁਤ ਇਸਤੇਮਾਲ ਹੋ ਰਿਹਾ ਹੈ। ਸੋ ਇਸ ਗੱਲ ਕਾਰਨ ਸੋਇਲ ਟੈਕਸਚਰ ਸਾਡਾ ਬਹੁਤ ਹੱਦ ਤੱਕ ਖਰਾਬ ਹੋ ਰਿਹਾ ਹੈ। ਬਟ ਆਲਟਰਨੇਟਿਵ ਕ੍ਰੌਪ ਤੇ ਦਈਏ ਆਪਾਂ, ਆਲਟਰਨੇਟਿਵ ਕ੍ਰੌਪ ਆਪਾਂ ਕੋਈ ਦਿੱਤਾ ਨਹੀਂ, ਕੋਈ ਨਵੀਂ ਫਸਲ ਦਿੱਤੀ ਨਹੀਂ। ਹਾਂਜੀ, ਇਤਰਾਜ਼ ਇਸ ਗੱਲ ਤੇ ਹੈ ਕਿ ਚੋਰ ਰਾਹ ਤੋਂ ਜਿਹੜਾ ਆਰਡੀਨੈਂਸ ਲਿਆਂਦਾ ਗਿਆ, ਜਾਂ ਇਤਰਾਜ਼ ਇਸ ਗੱਲ ਤੇ ਹੈ ਕਿ ਜਥੇਬੰਦੀਆਂ ਨਾਲ ਪਹਿਲਾਂ ਗੱਲ ਕਰਦੇ ਫਿਰ ਭਾਵੇਂ ਇਹੀ ਕਾਨੂੰਨ ਲਿਆਂਦੇ? ਨਹੀਂ, ਸਾਨੂੰ ਇਤਰਾਜ਼ ਹਰ ਪਾਸਿਓਂ ਹੈ। ਇੱਕ ਤੇ ਹੈ ਚੋਰ ਦਰਵਾਜ਼ੇ ਥਾਣੀ ਲਿਆਣਾ, ਦੂਸਰਾ ਹੈ ਐਡੀ ਕਾਹਲ ਕੀ ਸੀ? ਜੇ ਤੁਸੀਂ ਕਿਸਾਨਾਂ ਦੀ ਬਿਹਤਰੀ ਚਾਹੁੰਦੇ ਸੀ, ਵੇਖੋ ਲੋਕਾਂ 'ਚ ਪਰਸੈਪਸ਼ਨ ਬਣ ਗਈ ਕਿ ਇਹ ਜਿਹੜੀ ਜਲਦਬਾਜ਼ੀ ਕਰ ਰਹੇ ਨੇ ਕਿਸੇ ਕਾਰਪੋਰੇਟ ਸੈਕਟਰਸ ਨੂੰ ਐਡਵਾਂਟੇਜ ਦੇਣ ਵਾਸਤੇ ਹੋ ਰਿਹਾ ਕੰਮ। ਐਡੀ ਫਿਰ ਜਲਦਬਾਜ਼ੀ ਦੀ ਕੀ ਲੋੜ ਸੀ? ਕਾਨੂੰਨ ਲਿਆਂਦਾ, ਜੇ 71 ਜਾਂ 72 ਸਾਲਾਂ ਬਾਅਦ ਕਾਨੂੰਨ ਆਇਆ ਉਹਦੇ ਤੇ ਬਕਾਇਦਾ ਤੌਰ ਥ੍ਰੈਡ ਬੇਅਰ ਡਿਸਕਸ਼ਨ ਦੀ ਲੋੜ ਸੀ। ਸਾਰੀਆਂ ਪਾਰਟੀਆਂ ਨੂੰ ਖੁੱਲਾ ਟਾਈਮ ਮਿਲਦਾ, ਸਾਰੇ ਸਟੇਕ ਹੋਲਡਰਸ ਨੂੰ ਟਾਈਮ ਮਿਲਦਾ, ਸਗੋਂ ਇਹਦੇ ਵਿੱਚ ਵਾਹਵਾ ਹੁੰਦੀ ਸਰਕਾਰ ਦੀ। ਹੁਣ ਜੋ ਇਹਨਾਂ ਦੇ ਹਾਲਾਤ ਬਣੇ ਨੇ, ਮੰਤਰੀ ਇਹਨਾਂ ਦੇ MLA ਇਹਨਾਂ ਦੇ ਬਾਹਰ ਨਹੀਂ ਨਿਕਲ ਪਾ ਰਹੇ, ਸਗੋਂ ਲੋਕ ਵੈਲਕਮ ਕਰਦੇ। ਜੇ ਵੇਖੋ ਚੰਗੀ ਜਿਹੜੀਆਂ ਚੇਂਜਸ ਨੇ ਉਹਨੂੰ ਸਾਰੀ ਦੁਨੀਆ ਵੈਲਕਮ ਕਰ। ਅਸੀਂ ਵੀ ਚਾਹੁੰਦੇ ਹਾਂ ਕਿ ਵੈਸਟਰਨ ਵਰਲਡ ਦੇ ਵਿੱਚ ਜਿਸ ਤਰ੍ਹਾਂ ਗਵਰਨਮੈਂਟ ਦੇ ਅਦਾਰੇ ਤੇ ਪ੍ਰਾਈਵੇਟ ਅਦਾਰੇ ਇਕੱਠੇ ਹੋ ਕੇ ਐਗਰੀਕਲਚਰ ਵਾਸਤੇ ਕੰਮ ਕਰਦੇ, ਜ਼ਰੂਰ ਕਰਨ, ਬਟ ਸਾਨੂੰ ਨਵੇਂ ਬੀਜਾਂ ਦੀ ਲੋੜ ਹੈ, ਨਵੀਂ ਫਸਲਾਂ ਦੀ ਲੋੜ ਹੈ, ਬਟ ਬੈਕਅਪ ਦੀ ਵੱਡੀ ਲੋੜ। ਹੁਣ ਅੱਜ ਤੁਸੀਂ ਭਾਵੇਂ ਇਹਦੀ ਨਰਮੇ ਦੀ ਗੱਲ ਹੀ ਕਰ ਲਓ, ਜਦੋਂ ਟਾਈਮ ਆ ਜਾਂਦਾ ਨਰਮਾ ਜਦੋਂ ਆਂਦੀ ਹੈ ਮੰਡੀ ਦੇ ਵਿੱਚ ਫਸਲ, ਉਹ ਰੇਟ ਕਿਤੇ ਦਾ ਕਿਤੇ ਡਿੱਗ ਪੈਂਦਾ। 500 ਰੁਪਏ ਦੇ ਕਰੀਬ ਹੁੰਦਾ, 4042 ਰੁਪਏ ਮਿਲਦਾ ਹੈ ਬਾਅਦ। ਹਾਂਜੀ, ਹੁਣ ਤੁਸੀਂ ਆ ਮੇਜ਼ ਦਾ ਮੱਕੀ ਦਾ ਵੇਖ ਲਓ, 1800 ਰੁਪਏ ਦੀ MSP ਹੈ ਤੇ 800 ਦਾ ਹੁਸ਼ਿਆਰਪੁਰ ਜਲੰਧਰ। ਤੁਸੀਂ ਪੁੱਛੋ ਆਲੂ ਦੀ ਵੇਖੋ, ਜਦੋਂ ਕਿਸਾਨ ਆਲੂ ਬੀਜ ਕੇ ਮੰਡੀ ਨੂੰ ਲਿਆਂਦਾ ਉਦੋਂ ਰੁਪਈਏ ਦਾ 2-2 ਰੁਪਈਏ ਦਾ ਰਹਿ ਜਾਂਦਾ। ਤੁਸੀਂ ਕੱਲ ਬਜਟ ਸ਼ੁਰੂ ਹੋਏਗਾ, ਪ੍ਰਧਾਨ ਮੰਤਰੀ ਖੇਤੀਬਾੜੀ ਮੰਤਰੀ ਤੋਂ ਮਿਲਣ ਦਾ ਸਮਾਂ ਮੰਗੋਗੇ, ਗੱਲਬਾਤ ਰੱਖੋਗੇ?
ਨਹੀਂ ਵੇਖੋ, ਇਹ ਤੇ ਪਾਰਟੀ ਦੀ ਜਿਹੜੀਆਂ ਸਾਰੀਆਂ ਟੌਪ ਲੀਡਰਸ਼ਿਪ ਨੇ ਉਹਨਾਂ ਨੇ ਡਿਸਾਈਡ ਕਰਨਾ ਕਿ ਅਸੀਂ ਕਰਨਾ ਕੀ। ਇਹ ਮੈਂ ਇਕੱਲਾ ਤੇ ਐਜ਼ ਅ ਮੈਂਬਰ ਆਫ ਪਾਰਲੀਮੈਂਟ ਇਕੱਲਾ ਇਹ ਨਹੀਂ ਇਹ ਕਹਿ ਸਕਦਾ। ਜੋ ਡਿਸੀਜਨ ਹੋਏਗਾ ਕਿ ਉਹ ਬਾਈਕਾਟ ਕਰਨਾ ਚਾਹਣਗੇ, ਕਿ ਉਹ ਪਾਰਟਿਸਿਪੇਟ ਕਰਨਾ ਚਾਹਣਗੇ, ਕਿ ਉਹ ਪ੍ਰਾਈਮ ਮਿਨਿਸਟਰ ਨੂੰ ਮਿਲਣਾ ਚਾਹਣਗੇ ਜਾਂ ਜਿਹਨੂੰ ਵੀ ਮਿਲਣਾ ਚਾਹਣਗੇ, ਅਸੀਂ ਆਪੋਜੀਸ਼ਨ ਪਾਰਟੀਜ਼ ਨੇ ਇੱਕ ਜੁਆਇੰਟ ਸਟ੍ਰੈਟਜੀ ਬਣਾਣੀ, ਉਹਦੇ ਮੁਤਾਬਕ ਅਸੀਂ ਚੱਲਾਂਗੇ। ਬਟ ਆਹ ਜ਼ਰੂਰ ਇੱਕ ਵੱਡਾ ਮੁੱਦਾ ਹੈ ਜਿਹੜਾ 26 ਜਨਵਰੀ ਤੋਂ ਬਾਅਦ ਕੋ ਪ੍ਰੈਸ ਦੇ ਲੋਕ ਚੁੱਕੇ ਜਾ ਰਹੇ ਨੇ, ਜਰਨਲਿਸਟ ਚੁੱਕੇ ਜਾ ਰਹੇ ਨੇ, ਜਿਹੜੇ ਵਿਚਾਰੇ ਇਮਾਨਦਾਰੀ ਨਾਲ ਆਪਣਾ ਕੰਮ ਕਰ ਰਹੇ ਨੇ। ਇਹ ਇੱਕ ਕੀ ਕਹਿੰਦੇ ਇਹ ਡੈਮੋਕ੍ਰੈਟਿਕ ਦੇਸ਼ ਹੈ, ਇਹ ਕੋਈ ਡਿਕਟੇਟਰਸ਼ਿਪ ਤੇ ਹੈ ਨਹੀਂ। ਸਰਕਾਰ ਦਾ ਤਰਕ ਹੈ ਕਿ ਲੋਕਲ ਲੋਕ ਹੈ ਉਹ ਤਿਰੰਗੇ ਦੇ ਅਪਮਾਨ ਲਈ ਆਏ, ਇਹ ਸਰਕਾਰ ਦਾ ਤਰਕ ਹੈ। ਸਵਾਲ ਹੀ ਪੈਦਾ ਨਹੀਂ। ਜੇ ਲੋਕਲ ਲੋਕ ਹੁੰਦੇ ਤਾਂ 3 ਮਹੀਨਿਆਂ ਦੇ ਉਹਨਾਂ ਨੇ ਤੇ ਘਰ ਖੋਲੇ ਨੇ, ਦੁਕਾਨਾਂ ਖੋਲੀਆਂ, ਵੈਲਕਮ ਕੀਤਾ ਲੋਕਾਂ ਨੂੰ, ਉਹਨਾਂ ਦਾ ਤੇ ਸਭ ਕਾਰੋਬਾਰ ਵਧਿਆ ਉਹਨਾਂ ਦਿਨਾਂ 'ਚ। ਉਹ ਤੇ ਭਾਈਚਾਰਕ, ਇਹ ਤੇ ਇੱਕ ਬਦਮਾਸ਼ ਐਲੀਮੈਂਟ ਆਇਆ ਜਿਸ ਤਰ੍ਹਾਂ ਪਹਿਲੇ ਵੀ ਸੀ, ਉਸ ਤਰ੍ਹਾਂ ਹੀ ਕਰਨ ਦੀ ਕੋਈ, ਮੈਂ ਸਮਝਦਾ ਦੇਸ਼ ਦੀ ਏਕਤਾ ਵਾਸਤੇ ਇੱਕ ਬੜੇ ਵੱਡੇ ਇਹ ਚੈਲੰਜ ਦੀ ਗੱਲ। ਸਰਕਾਰ ਨੂੰ, ਸੈਂਟਰ ਦੀ ਸਰਕਾਰ ਨੂੰ ਇਹਨਾਂ ਗੱਲਾਂ ਤੋਂ ਬਾਜ਼ ਆਉਣਾ ਚਾਹੀਦਾ। ਇਸ ਕਿਸਮ ਦਾ ਮਾਹੌਲ ਨਹੀਂ ਕ੍ਰੀਏਟ ਕਰਨਾ ਚਾਹੀਦਾ। ਕਿਸਾਨ ਆਪਣੀ ਜ਼ਮੀਨ ਵਾਸਤੇ, ਆਪਣੀ ਮਿੱਟੀ ਵਾਸਤੇ, ਬੱਚਿਆਂ ਸਮੇਤ ਕਦੀ, ਇਹ ਇੱਕ ਮਾਸ ਮੂਵਮੈਂਟ ਨੂੰ ਇਹ ਦਬਾਇਆ ਨਹੀਂ ਜਾ ਸਕਦਾ। ਈਵਨ ਤੁਸੀਂ ਵੇਖੋ ਪਗੜੀ ਸਮਾਲ ਜੱਟਾ 1906 ਦੇ ਵਿੱਚ ਸ਼ੁਰੂ ਹੋਈ, ਅੰਗਰੇਜ਼ਾਂ ਨੇ ਵੀ 3 ਕਾਨੂੰਨ ਹੀ ਲਿਆਂਦੇ ਸੀ, ਇਹ ਵੀ 3 ਹੀ ਆਏ ਨੇ। 9 ਮਹੀਨਿਆਂ ਤੋਂ ਬਾਅਦ ਬ੍ਰਿਟਿਸ਼ ਸਰਕਾਰ ਨੂੰ ਵਾਪਸ ਕਰਨਾ ਪੈ ਗਿਆ। ਇਹ ਬ੍ਰਿਟਿਸ਼ ਸਰਕਾਰ ਨੂੰ ਤੋਂ ਵੱਧ ਜ਼ੁਲਮ ਤੇ ਨਹੀਂ ਨਾ ਕਰ ਸਕਦੇ ਆਪਣੇ ਲੋਕਾਂ ਤੇ, ਇਹ ਤਾਂ ਡੈਮੋਕ੍ਰੇਸੀ ਹੈ। ਸੋ ਇਸ ਗੱਲ ਕਰਨ ਮੈਂ ਇਹਨਾਂ ਨੂੰ ਕਹਾਂਗਾ ਜਿੰਨੀ ਜਲਦੀ ਕਰਨ, ਜਿੰਨੀ ਫਰਾਖਦਲੀ ਵਿਖਾਣ, ਬਜਾਏ ਪ੍ਰਾਈਮ ਮਿਨਿਸਟਰ ਸਾਹਿਬ ਟੈਲੀਫੋਨ ਉਹਨਾਂ ਦਾ ਇੰਤਜ਼ਾਰ ਕਰਨ, ਟੈਲੀਫੋਨ ਸਭ ਇਹਨਾਂ ਦਾ ਉਹਨਾਂ ਨੂੰ ਜਾਣਾ ਚਾਹੀਦਾ। ਆਓ ਆਪਾਂ ਪਾਰਲੀਮੈਂਟ ਚ ਕਿਸਾਨ ਜਥੇਬੰਦੀਆਂ ਨੇ ਸਾਫ਼ ਤੌਰ ਤੇ ਕਿਹਾ ਹੈ ਕਿ ਸਿਆਸੀ ਲੀਡਰਾਂ ਦੀ ਸਾਨੂੰ ਲੋੜ ਨਹੀਂ, ਅਸੀਂ ਮੰਚ ਤੇ ਨਹੀਂ ਜਾਵਾਂਗੇ। ਤੁਸੀਂ ਰਾਕੇਸ਼ ਸ਼ਿਕਾਇਤ ਹੋਰਾਂ ਨਾਲ ਗਾਜ਼ੀਪੁਰ ਗਏ, ਉੱਥੇ ਤੁਸੀਂ ਉਹਨਾਂ ਨੂੰ ਸਮਰਥਨ ਜਿਹੜਾ ਉਹ ਦਿੱਤਾ, ਤੁਹਾਡੀਆਂ ਤਸਵੀਰਾਂ ਜਿਹੜੀਆਂ ਨਜ਼ਰ ਆਈਆਂ। ਵੇਖੋ ਰਾਕੇਸ਼ ਜੀ ਦੀ ਅੱਖ ਦੇ ਵਿੱਚ ਜਦੋਂ ਅਸੀਂ ਆਂਸੂ ਵੇਖੇ ਪਰਸੋਂ, ਉਦੋਂ ਮੇਰੇ ਮਨ ਦੇ ਵਿੱਚ ਇਹ ਗੱਲ ਆਈ ਕਿ ਕਿਸਾਨ ਦਾ ਪੁੱਤਰ ਹੋਣ ਦੇ ਨਾਤੇ, ਇੱਕ ਕਿਸਾਨ ਹੋਣ ਦੇ ਨਾਤੇ ਸਾਨੂੰ ਅੱਜ ਔਖੀ ਘੜੀ 'ਚ ਉਹਨਾਂ ਦੇ ਜਾਣਾ ਚਾਹੀਦਾ। ਨਹੀਂ ਤੇ 2.5-3 ਮਹੀਨਿਆਂ ਦੇ ਲੱਗੇ ਸੀ, ਜੋ ਕਿਸਾਨ ਯੂਨੀਅਨਸ ਕਹਿੰਦੀ ਇਹ ਨਾ, ਉਹ ਅਸੀਂ ਬਿਲਕੁਲ ਨਹੀਂ ਆ। ਰਵਨੀਤ ਬਿੱਟੂ ਗਏ, ਉਹਨਾਂ ਦਾ ਵਿਰੋਧ ਬੜਾ ਹੋਇਆ। ਚਲੋ ਮੈਂ ਕਿਸੇ ਦੇ ਨਹੀਂ ਕਹਿ ਸਕਦਾ ਕੀ ਕਾਰਨ ਸੀ, ਕੀ ਨਹੀਂ ਸੀ, ਕਿਹਨੇ ਕੀਤਾ, ਉਹ ਇੱਕ ਡਿਫਰੈਂਟ ਹੈ। ਬਟ ਮੈਂ ਸਮਝਣਾ ਕਿ ਸਾਡਾ ਉੱਥੇ ਵੈਲਕਮ ਕੀਤਾ ਗਿਆ। ਅਸੀਂ ਉੱਥੇ ਗੱਲ ਕਹੀ ਕਿ ਅਸੀਂ ਐਜ਼ ਅ ਕਾਂਗਰਸਮੈਨ ਨਹੀਂ ਆਏ, ਨਾ ਇੱਥੇ ਐਜ਼ ਅ ਮੈਂਬਰ ਆਫ ਪਾਰਲੀਮੈਂਟ ਆਇਆ, ਮੈਂ ਕਿਸਾਨ ਦਾ ਪੁੱਤਰ ਹੋਣ ਦੇ ਨਾਤੇ ਆਇਆ। ਜਦੋਂ ਆਪਣੇ ਭਰਾ ਦੀ ਅੱਖ ਦੇ ਵਿੱਚ ਆਂਸੂ ਵੇਖੇ ਨੇ, ਅਸੀਂ ਕਿਹਾ ਨਹੀਂ, ਆਹ ਮੌਕਾ ਹੈ, ਵੀ ਵਿਲ ਹੈਵ ਟੂ ਸਟੈਂਡ ਵਿਦ them। ਇਹ ਲੋਕਾਂ ਨੂੰ ਖੜੇ ਹੋਣ ਦੀ ਗੱਲ ਹੈ। ਤੁਸੀਂ ਵੇਖੋ ਹਜ਼ਾਰਾਂ ਦੀ ਤਾਦਾਦ 'ਚ, ਜਿੱਥੇ ਸੈਂਕੜਿਆਂ ਦੀ ਤਾਦਾਦ 'ਚ ਲੋਕ ਰਹਿ ਗਏ ਸੀ, ਉੱਥੇ ਹਜ਼ਾਰਾਂ ਦੀ ਤਾਦਾਦ 'ਚ ਫੇਰ ਇਕੱਠੇ ਹੋ ਗਏ। ਸੋ ਗਵਰਨਮੈਂਟ ਨੂੰ ਮੈਂ ਸਮਝਣਾ ਦੇਸ਼ ਦੀ ਜਿਹੜੀ ਇੱਕ ਮਾਹੌਲ ਹੈ ਚੱਲਦਾ, ਦੇਸ਼ ਦੀ ਜਿਹੜੀ ਸੋਚ ਹੈ ਉਹਦੇ ਨਾਲ ਚੱਲਣਾ। ਪੋਪੂਲਰ ਸਰਕਾਰਾਂ ਹਮੇਸ਼ਾ ਲੋਕਾਂ ਦੇ ਸੈਂਟੀਮੈਂਟਾਂ ਨਾਲ ਚੱਲਦੀਆਂ, ਸੈਂਟੀਮੈਂਟ ਦੇ ਅਗੇਂਸਟ ਨਹੀਂ ਚੱਲਦੀਆਂ। ਇਹ ਹਾਂ ਜਵਾਨੂ ਜਿਨ੍ਹਾਂ ਨੇ ਨਿਊਜ਼ 18 ਪੰਜਾਬ ਦੇ ਨਾਲ ਐਕਸਕਲੂਸਿਵ ਗੱਲਬਾਤ ਕੀਤੀ ਔਰ ਕਿਸਾਨੀ ਮਸਲੇ ਤੇ ਕਈ ਅਹਿਮ ਤਰਕ ਦਿੱਤੇ। ਉਧਰ ਕਿਸਾਨਾਂ ਦੀ ਸੁਰੱਖਿਆ ਤੇ ਲਗਾਤਾਰ ਸਿਆਸਤ ਗਰਮਾਉਣ ਲੱਗ ਗਈ ਹੈ। ਆਮ ਆਦਮੀ ਪਾਰਟੀ ਵੱਲੋਂ ਸਿੰਘੂ ਤੇ ਪੰਜਾਬ ਪੁਲਿਸ ਤੈਨਾਤ ਕਰਨ ਦੀ ਗੱਲ ਕਹੀ ਜਾ ਰਹੀ ਹੈ। ਆਮ ਆਦਮੀ ਪਾਰਟੀ ਦੀ ਮੰਗ ਤੇ ਕਾਂਗਰਸ ਦਾ ਪਲਟਵਾਰ ਵੀ ਸਾਹਮਣੇ ਆਇਆ ਹੈ। ਇੱਕ ਸੂਬੇ ਦੀ ਪੁਲਿਸ ਦੂਜੇ ਦੇ ਵਿੱਚ ਤੈਨਾਤ ਨਹੀਂ ਹੁੰਦੀ। ਜਾਖੜ ਵੱਲੋਂ ਇੱਕ ਗੱਲ ਕਹੀ ਗਈ, ਤੁਸੀਂ ਹੀ ਕੇਜਰੀਵਾਲ ਸਰਕਾਰ ਦੇ ਹੋਮਗਾਰਡ ਤੈਨਾਤ ਕਰ ਦਿਓ। ਤੇ ਲਗਾਤਾਰ ਸਿਆਸੀ ਪਾਰਟੀਆਂ ਆਮੋ ਸਾਹਮਣੇ ਨੇ, ਇੱਕ ਦੂਜੇ ਤੇ ਵਾਰ ਪਲਟਵਾਰ ਕੀਤੇ ਜਾ ਰਹੇ ਨੇ ਔਰ ਕਿਸਾਨੀ ਅੰਦੋਲਨ ਦਾ ਮਸਲਾ ਜਿਹੜਾ ਇਸ ਵੇਲੇ ਸਿਖਰਾਂ ਤੇ ਹੈ, ਜਿਸ ਨੂੰ ਲੈ ਕੇ ਲਗਾਤਾਰ ਇੱਕ ਦੂਜੇ ਤੇ ਤੰਜ ਕਸੇ ਜਾ ਰਹੇ ਨੇ। ਤਾਂ ਇਸ ਵੇਲੇ ਜਿਹੜਾ ਮਸਲਾ ਉੱਠਿਆ ਹੋਇਆ ਉਹ ਹੈ ਸਿੰਘੂ ਬਾਰਡਰ ਔਰ तमाम ਬਾਰਡਰ ਤੇ ਜੋ ਅੰਦੋਲਨ ਕਰ ਰਹੇ ਨੇ ਕਿਸਾਨ, ਉਹਨਾਂ ਦੀ ਸੁਰੱਖਿਆ ਦਾ, ਜਿਸ ਨੂੰ ਲੈ ਕੇ ਆਮ ਆਦਮੀ ਪਾਰਟੀ ਵੱਲੋਂ ਇੱਕ ਗੱਲ ਕਹੀ ਗਈ ਕਿ ਪੰਜਾਬ ਪੁਲਿਸ ਦੀ ਤੈਨਾਤੀ ਹੋਣੀ ਚਾਹੀਦੀ ਹੈ ਸਿੰਘੂ ਬਾਰਡਰ ਤੇ। ਖਾਸ ਕਰਕੇ 2 ਦਿਨ ਪਹਿਲਾਂ ਦੇ ਹੋਏ ਵਾਕਿਏ ਤੋਂ ਪਹਿਲਾਂ, ਜੋ 2 ਦਿਨ ਪਹਿਲਾਂ ਵਾਕਿਆ ਹੋਇਆ ਜਿਸ ਦੇ ਵਿੱਚ ਕੁਝ ਪ੍ਰਦਰਸ਼ਨਕਾਰੀ ਤਿਰੰਗਾ ਲੈ ਕੇ ਪਹੁੰਚ ਗਏ ਸੀ ਔਰ ਉਸ ਤੋਂ ਬਾਅਦ ਪੰਜਾਬ ਪੁਲਿਸ ਦੀ ਤੈਨਾਤੀ ਦੀ ਲਗਾਤਾਰ ਮੰਗ ਉੱਠ ਰਹੀ ਹੈ। ਤੇ ਹੁਣ ਤੁਹਾਨੂੰ ਸੁਣਾਉਂਦੇ ਹਾਂ ਕਿ ਆਮ ਆਦਮੀ ਪਾर्टी आगू राघव चड्ढा ने आखिर की क्या सी। तो आज कैप्टन साहब हम आपसे मांग करते हैं कि देश के किसान को सिक्योरिटी चाहिए, आज देश के किसान को सुरक्षा चाहिए। हम पंजाब के मुख्यमंत्री से ये मांग करते हैं कि आप पंजाब पुलिस को देश के किसान की सुरक्षा के लिए उतारिए। हमारे बड़े बुजुर्ग, हमारे नौजवान कई रातों से 2 महीने से ऊपर खुले आसमान में सोते हैं, सिंघू बॉर्डर पे, टिकरी बॉर्डर पे, गाजीपुर पे। हम कैप्टन साहब से मांग करते हैं कि पंजाब पुलिस को देश के किसान की सुरक्षा में उतारा जाए और देश के किसान पे जो हमले भाजपा के गुंडे करा रहे हैं उससे देश के किसान को बचाया जाए, बचाव दिया जाए।
ਤੇ ਉਧਰ ਭਾਜਪਾ ਆਗੂ ਤਰੁਣ ਚੁੱਗ ਤੇ ਵੀ ਕੈਪਟਨ ਅਮਰਿੰਦਰ ਸਿੰਘ ਦਾ ਪਲਟਵਾਰ ਸਾਹਮਣੇ ਆਇਆ ਹੈ। ਭਾਜਪਾ ਨੂੰ ਕੌਮੀ ਤਿਰੰਗੇ ਦੀ ਅਹਿਮੀਅਤ ਦਾ ਕੀ ਪਤਾ? ਕੈਪਟਨ ਅਮਰਿੰਦਰ ਸਿੰਘ ਵੱਲੋਂ ਇੱਕ ਗੱਲ ਕਹੀ ਗਈ, ਭਾਜਪਾ ਨੂੰ ਸੈਨਿਕਾਂ ਦੇ ਪ੍ਰਤੀ ਕੋਈ ਸੰਵੇਦਨਾ ਨਹੀਂ ਹੈ। ਦਿੱਲੀ ਬਾਰਡਰ ਤੇ ਸੈਨਿਕਾਂ ਦੇ ਪਰਿਵਾਰ ਬੈਠੇ ਹੋਏ ਨੇ ਔਰ ਸੈਨਿਕਾਂ ਦੇ ਪਰਿਵਾਰਾਂ ਤੇ ਹੀ ਤਸ਼ੱਦਦ ਢਾਇਆ ਜਾ ਰਿਹਾ ਹੈ। ਤੁਹਾਨੂੰ ਦੱਸ ਦਈਏ, ਇਸ ਤੋਂ ਪਹਿਲਾਂ ਵੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇੱਕ ਗੱਲ ਕਹੀ ਗਈ ਸੀਗੀ ਕਿ 20% ਤੋਂ ਜ਼ਿਆਦਾ ਜਿਹੜੇ ਸੈਨਿਕ ਨੇ ਇਸ ਵੇਲੇ ਜੋ ਕਿ ਬਾਰਡਰਾਂ ਤੇ ਤੈਨਾਤ ਨੇ, ਦੇਸ਼ ਦੀਆਂ ਬਾਰਡਰਾਂ ਤੇ ਔਰ ਸਰਹੱਦਾਂ ਤੇ ਤੈਨਾਤ ਨੇ, ਉਹ ਸਭ ਤੋਂ ਵੱਧ ਪੰਜਾਬ ਨੂੰ ਬਿਲੋਂਗ ਕਰਦੇ ਨੇ, ਯਾਨੀ ਕਿ ਪੰਜਾਬ ਤੋਂ ਨੇ। ਪਰ ਅਜਿਹੇ ਮਾਹੌਲ ਦੇ ਵਿੱਚ ਭਾਜਪਾ ਨੂੰ ਤਿਰੰਗੇ ਦੀ ਮਰਿਆਦਾ ਦਾ ਨਹੀਂ ਪਤਾ ਔਰ ਭਾਜਪਾ ਵੀ ਬਿਲਕੁਲ ਸੰਵੇਦਨਹੀਨ ਹੈ ਔਰ ਦੇਸ਼ ਦੇ ਸੈਨਿਕਾਂ ਨੂੰ ਲੈ ਕੇ ਇਸ ਦੇ ਨਾਲ ਹੀ ਜੋ ਕਿਸਾਨ ਅੰਦੋਲਨ ਕਰ ਰਹੇ ਨੇ ਉਹਨਾਂ ਦੀ ਵੀ ਕੋਈ ਸਾਰ ਨਹੀਂ ਲਈ ਜਾ ਰਹੀ। ਤੇ ਹੁਣ ਤੁਹਾਨੂੰ ਸੁਣਾਉਂਦੇ ਆ ਕਿ ਕੈਪਟਨ ਅਮਰਿੰਦਰ ਸਿੰਘ ਬਾਰੇ ਭਾਜਪਾ ਆਗੂ ਤਰੁਣ ਚੁੱਗ ਨੇ ਕੀ ਕਿਹਾ ਸੀ। दोहरा चेहरा है कैप्टन साहब का। एक तरफ तो आप वार्न कर रहे हैं, चीफ मिनिस्टर का काम सिक्योरिटी करना है कि वार्न करना है? हमें सूचना नहीं चाहिए, हमें प्रबंध चाहिए। कैप्टन साहब, इतने लोग हथियार लेके पंजाब से इधर पहुंचे, आपकी पुलिस क्या कर रही थी, आपकी एजेंसियां क्या कर रही थी? और जहां आपको लग रहा है कि आपसे सिचुएशन लॉ एंड ऑर्डर नहीं सिमट रहा, तो उसके लिए आप केंद्र को जिम्मेवार ठहराते हैं। ट्रेन आपसे नहीं चल पाई, सड़कों पर वो बैठे आपसे नहीं रोके पाए। इसलिए कैप्टन साहब अपनी जिम्मेवारी संभालिए और आप ये कहकर कि वहां से पाकिस्तान से आ जाएंगे, आपके बयान क्या है? अगली खबर डीएसजीएमसी प्रधान मनजिंदर सिरसा बारे। दिल्ली सिख गुरुद्वारा मैनेजमेंट कमेटी के प्रधान मनजिंदर सिंह सिरसा ने तिहाड़ जेल दे विच दिल्ली हिंसा मामले दे विच हिरासत दे विच लए नौजवानां दे नाल मुलाकात कीती। उन्हां दिल्ली पुलिस वल्लों हिरासत दे विच लए नौजवान रणजीत सिंह दी चढ़दी कला बारे जानकारी दित्ती ते लापता होए नौजवानां दे परिवारां नूं जानकारी देण दे लई कहा। मनजिंदर सिरसा ने दस्सिया कि उह नौजवानां नूं छुडाउण दे लई हर तरह दा यतन कर रहे हन। तिहाड़ जेल पहुंचे हाँ, मेरे नाल सरदार हरमीत सिंह जी कालका, सरदार विक्रम सिंह जी रोहिणी, सरदार आपका सुरवाना, सरदार विंदर सिंह जी स्पीटा जी, असीं सारे पहुंचे हाँ। खास तौर पर जिहड़े अज सारे साडे तिहाड़ जेल के अंदर नौजवानों ने पेश किया। मैं तुहानूं दसना चाहुंदा कि रणजीत सिंह जिहदे करके सारे चिंता सी, कल तुसीं देखिया सी जिस तरीके उन्हां तशद्दद ढाई गई, ਉਹਦਾ ਕੇਸ ਤੇ ਅਸੀਂ ਲੜ ਹੀ ਰਹੇ ਹਾਂ ਪਰ ਅਸੀਂ ਉਹਨੂੰ ਮਿਲ ਕੇ ਨਿਕਲੇ ਹਾਂ ਕਿਉਂਕਿ ਪਰਿਵਾਰ ਨੂੰ ਚਿੰਤਾ ਹੈ, ਲੋਕਾਂ ਨੂੰ ਚਿੰਤਾ ਹੈ। ਮੈਂ ਭਈਆ ਬੜੀ ਜ਼ਰੂਰੀ ਹੈ, ਤੁਹਾਨੂੰ ਵੀਡੀਓ ਪਾ ਰਿਹਾ ਮੈਂ ਸਾਰੀ ਸੰਗਤ ਨੂੰ ਬੇਨਤੀ ਕਰੂੰਗਾ ਇਸ ਵੀਡੀਓ ਨੂੰ ਜਗ੍ਹਾ ਤੋਂ ਫੈਲਾਓ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਰਣਜੀਤ ਸਿੰਘ ਪੂਰੀ ਚੜ੍ਹਦੀ ਕਲਾ ਦੇ ਅੰਦਰ, ਕੋਈ ਦਿੱਕਤ ਨਹੀਂ ਉਹਦੇ ਅੰਦਰ, ਪੂਰੇ ਹੌਸਲੇ ਅੰਦਰ ਸਾਨੂੰ ਮਿਲਿਆ ਹੈ। ਉਹਨੇ ਕਿਹਾ ਮੇਰੇ ਪਰਿਵਾਰ ਨੂੰ ਇਹ ਮੇਰੀ ਫਤਿਹ ਬਣਾਇਓ ਜੇ ਔਰ ਮੇਰੇ ਪਰਿਵਾਰ ਨੂੰ ਕਹੋ ਜੇ ਬਿਲਕੁਲ ਮੈਨੂੰ ਕੋਈ ਦਿੱਕਤ ਨਹੀਂ, ਮੈਂ ਬਿਲਕੁਲ ਠੀਕ ਹਾਂ। ਔਰ ਅਸੀਂ ਆਪ ਨੂੰ ਮਿਲ ਕੇ मैं और हरमीत जी अंदर जाके उन्होंने मिल के आए हैं, बिल्कुल ठीक ठाक है। और मैं सारी संगत को बेनती करता जो चिंता कर रहे थे बिल्कुल निश्चिंत हो जाओ। दिल्ली सिख गुरुद्वारा मैनेजमेंट कमेटी कल तो इन्होंने केस भी लड़ूगी और ये यकीनी बनाऊगी कि ये किसी तरीके इन्होंने छेती तो छेती जमानत कराई जाए। बाकी जो केस चलते हैं वो लड़ाई जिन्नी भी होगी दिल्ली सिख गुरुद्वारा मैनेजमेंट कमेटी एक दिन ਤੇ ਡੀਐਸਜੀਐਮਸੀ ਵੱਲੋਂ ਆਸ਼ਵਾਸਨ ਦਿਲਵਾਇਆ ਗਿਆ ਹੈ ਉਹ ਪਰਿਵਾਰਾਂ ਨੂੰ ਜਿਨ੍ਹਾਂ ਦੇ ਬੱਚੇ ਇਸ ਵੇਲੇ ਜੇਲ੍ਹ ਦੇ ਵਿੱਚ ਬੰਦ ਨੇ। ਤਾਂ ਹਿੰਸਾ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਫੜੇ ਗਏ ਨੌਜਵਾਨ ਰਣਜੀਤ ਸਿੰਘ ਦੇ ਪਰਿਵਾਰ ਨੇ ਪੁਲਿਸ ਤੋਂ ਆਪਣੇ ਬੇਟੇ ਨੂੰ ਛੱਡਣ ਦੀ ਅਪੀਲ ਵੀ ਕੀਤੀ ਹੈ। ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਦਾ ਬੇਟਾ ਸਾਊ ਸੁਭਾਅ ਵਾਲਾ ਹੈ ਔਰ ਉਹ ਹਮੇਸ਼ਾ ਲੜਾਈ ਝਗੜੇ ਤੋਂ ਦੂਰ ਰਹਿਣ ਵਾਲਾ ਹੈ, ਉਸ ਨੂੰ ਘਰ ਵਾਪਸ ਭੇਜ ਦਿੱਤਾ ਜਾਵੇ। ਪਰਿਵਾਰ ਨੇ ਕਿਸਾਨ ਸੰਗਠਨਾਂ ਨੂੰ ਵੀ ਪੁਲਿਸ ਦੇ ਨਾਲ ਗੱਲਬਾਤ ਕਰਕੇ ਰਣਜੀਤ ਸਿੰਘ ਨੂੰ ਛੁਡਾਉਣ ਦੀ ਮੰਗ ਕੀਤੀ ਔਰ ਪਰਿਵਾਰ ਮੁਤਾਬਿਕ ਉਹਨਾਂ ਦਾ ਬੇਟਾ 21 ਜਨਵਰੀ ਨੂੰ ਪਿੰਡ ਦੇ ਕਿਸਾਨਾਂ ਦੇ ਨਾਲ ਦਿੱਲੀ ਗਿਆ ਸੀ। ਇਸ ਤੋਂ ਪਹਿਲਾਂ ਵੀ ਉਹ 20 ਦਿਨ ਦੇ ਲਈ ਦਿੱਲੀ ਗਿਆ ਹੋਇਆ ਸੀ। ਵੀਰ ਰਣਜੀਤ ਸਿੰਘ ਜਿਹੜਾ ਨੌਜਵਾਨ ਸਾਡੇ ਲਾਗਲੇ ਪਿੰਡ ਕਾਜਮਪੁਰ ਤੋਂ ਜਿਹਨੂੰ ਕੱਲ 29 ਜਨਵਰੀ ਨੂੰ ਅੰਨ੍ਹੇਵਾਹ ਦਿੱਲੀ ਦੀ ਪੁਲਿਸ ਨੇ ਆਰਐਸਐਸ ਦੇ ਗੁੰਡਿਆਂ ਦੇ ਨਾਲ ਮਿਲ ਕੇ ਜਿਹੜੇ ਉੱਥੇ ਹੁੱਲੜਬਾਜ਼ ਆਏ ਸੀ ਕੱਲ ਸਿੰਘੂ ਬਾਰਡਰ ਦੀ ਬੈਕ ਸਾਈਡ ਤੇ ਜਿਹੜਾ ਟੈਂਟ ਲੱਗਿਆ ਹੋਇਆ ਸੀ ਸਾਡੀਆਂ ਧੀਆਂ ਭੈਣਾਂ ਦਾ, ਜਦੋਂ ਤੱਕ ਉਹ ਸਾਰੇ ਹੀ ਪੁਲਿਸ ਪ੍ਰੋਟੈਕਸ਼ਨ ਦੇ ਵਿੱਚ ਉਹ ਹੁੱਲੜਬਾਜ਼ ਉਹ ਜਿਹੜੇ ਆਰਐਸਐਸ ਦੇ ਪਾਲਤੂ ਗੁੰਡੇ ਆ ਕੇ ਸਾਡੀਆਂ ਧੀਆਂ ਭੈਣਾਂ ਦੇ ਟੈਂਟ ਦੇ ਵਿੱਚ ਬੜੇ ਤਾਂ ਸਾਡੇ ਨੌਜਵਾਨ। ਹੁਣ ਗੱਲ ਨਗਰ ਨਿਗਮ ਚੋਣਾਂ ਦੀ। ਨਗਰ ਨਿਗਮ ਚੋਣਾਂ ਤੋਂ ਪਹਿਲਾਂ ਪੰਜਾਬ ਬੀਜੇਪੀ ਨੂੰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਆਪਣੀ ਟੀਵੀ ਸਕਰੀਨ ਤੇ, ਇੱਕ ਲੁਧਿਆਣਾ ਤੋਂ ਤੇ ਇੱਕ ਜਲਾਲਾਬਾਦ ਤੋਂ ਤਸਵੀਰ ਹੈ। ਲੁਧਿਆਣਾ ਦੇ ਵਿੱਚ ਤਣਾਅ ਤੋਂ ਬਾਅਦ ਬੀਜੇਪੀ ਨੂੰ ਆਪਣੀ ਤਿਰੰਗਾ ਯਾਤਰਾ ਰੱਦ ਕਰਨੀ ਪਈ। ਕਿਸਾਨਾਂ ਤੇ ਵਪਾਰੀਆਂ ਨੇ ਬੀਜੇਪੀ ਦਾ ਵਿਰੋਧ ਕੀਤਾ। ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਦੌਰਾਨ ਅਕਾਲੀ ਦਲ ਨੇ ਵੀ ਵਿਰੋਧ ਪ੍ਰਦਰਸ਼ਨ ਕੀਤਾ। ਇਸ ਮੌਕੇ ਵੱਡੀ
ਵੱਡੀ ਤਾਦਾਦ ਦੇ ਵਿੱਚ ਪੰਜਾਬ ਪੁਲਿਸ ਦੇ ਜਵਾਨ ਵੀ ਤੈਨਾਤ ਰਹੇ ਔਰ ਬੀਜੇਪੀ ਦੇ ਸੀਨੀਅਰ ਨੇਤਾ ਅਵਿਨਾਸ਼ ਰਾਏ ਖੰਨਾ ਦਾ ਜਲਾਲਾਬਾਦ ਦੇ ਵਿੱਚ ਕਿਸਾਨਾਂ ਨੇ ਜ਼ੋਰਦਾਰ ਵਿਰੋਧ ਕੀਤਾ। ਅਵਿਨਾਸ਼ ਰਾਏ ਖੰਨਾ ਬੀਜੇਪੀ ਵਰਕਰਾਂ ਦੇ ਨਾਲ ਮੀਟਿੰਗ ਕਰਨ ਆਏ ਹੋਏ ਸਨ ਔਰ ਖੇਤੀ ਕਾਨੂੰਨਾਂ ਦੇ ਕਰਕੇ ਪੰਜਾਬ ਦੇ ਵਿੱਚ ਲਗਾਤਾਰ ਬੀਜੇਪੀ ਦਾ ਵਿਰੋਧ ਹੋ ਰਿਹਾ ਹੈ। ਤਾਂ ਦੋ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਆਪਣੇ ਟੀਵੀ ਸਕਰੀਨ ਤੇ, ਇੱਕ ਤਸਵੀਰ ਜਲਾਲਾਬਾਦ ਦੀ, ਇੱਕ ਤਸਵੀਰ ਲੁਧਿਆਣਾ ਦੀ ਹੈ। ਲੁਧਿਆਣਾ ਦੇ ਵਿੱਚ ਜਦੋਂ ਤਿਰੰਗਾ ਯਾਤਰਾ ਕੱਢੀ ਜਾ ਰਹੀ ਸੀਗੀ ਕੁਝ ਲੋਕਾਂ ਵੱਲੋਂ ਤਾਂ ਉਹਨਾਂ ਦਾ ਵਿਰੋਧ ਕੀਤਾ ਗਿਆ ਕਿਸਾਨਾਂ ਵੱਲੋਂ, ਵਪਾਰੀਆਂ ਵੱਲੋਂ ਤੇ तमाम ਵਰਗਾਂ ਦੇ ਲੋਕਾਂ ਵੱਲੋਂ। ਔਰ ਉਧਰ ਜਲਾਲਾਬਾਦ ਦੀ ਤਸਵੀਰ ਤੁਸੀਂ ਦੇਖ ਸਕਦੇ ਹੋ ਜਿੱਥੇ ਕਿ ਅਵਿਨਾਸ਼ ਰਾਏ ਖੰਨਾ ਵੱਲੋਂ ਜਦੋਂ ਮੀਟਿੰਗ ਦੇ ਵਿੱਚ ਸ਼ਿਰਕਤ ਕਰਨ ਵਾਸਤੇ ਜਾਇਆ ਜਾ ਰਿਹਾ ਸੀ ਤੇ ਉਸ ਵੇਲੇ ਪ੍ਰਦਰਸ਼ਨਕਾਰੀਆਂ ਨੇ ਉਹਨਾਂ ਦਾ ਵਿਰੋਧ ਕੀਤਾ, ਜਿਸ ਤੋਂ ਬਾਅਦ ਲਗਾਤਾਰ ਬੀਜੇਪੀ ਆਗੂਆਂ ਦਾ ਵਿਰੋਧ ਜਾਰੀ ਹੈ ਔਰ ਜਦੋਂ ਤੋਂ ਖੇਤੀ ਕਾਨੂੰਨ ਖਾਸ ਕਰਕੇ ਆਏ ਹੋਏ ਨੇ ਉਸ ਤੋਂ ਬਾਅਦ ਬੀਜੇਪੀ ਆਗੂਆਂ ਨੂੰ ਥਾਂ ਥਾਂ ਤੇ ਘੇਰਿਆ ਜਾ ਰਿਹਾ ਹੈ। ਡੈਮੋਕ੍ਰੇਸੀ ਦੇ ਵਿੱਚ ਚੁਣਾਵ ਲੜਨਾ ਹਰ ਨਾਗਰਿਕ ਦਾ ਹੱਕ ਹੈ ਔਰ ਪਾਰਟੀ ਜਦੋਂ ਆਪਣੇ ਸਿੰਬਲ ਤੇ ਚੁਣਾਵ ਲੜਦੀ ਹੈ ਤਾਂ ਉਹਦਾ ਹੱਕ ਹੈ। ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਸਰਕਾਰ ਇਹ ਇਲੈਕਸ਼ਨ ਨੂੰ ਸਮੂਥ ਲੜਾਵੇ। ਸਾਡਾ ਕਿਸਾਨਾਂ ਨਾਲ ਕੋਈ ਵਿਰੋਧ ਨਹੀਂ, ਸਾਡਾ ਕਿਸਾਨਾਂ ਨਾਲ ਕੋਈ ਝਗੜਾ ਨਹੀਂ, ਕਿਸਾਨਾਂ ਲਈ ਪੂਰੀ ਰਿਸਪੈਕਟ ਕਰਦੇ ਹਾਂ, ਮੈਂ ਵੀ ਕਰਦਾ, ਮੇਰੀ ਪਾਰਟੀ ਵੀ ਕਰਦੀ ਹੈ ਔਰ ਅਸੀਂ ਕਿਸਾਨਾਂ ਦੇ ਲਈ ਬਹੁਤ ਸਾਰੀਆਂ ਅੱਛੀਆਂ ਸਕੀਮਾਂ ਵੀ ਲੈ ਕੇ ਆਏ ਹਾਂ। ਉਹ ਸ਼ੋਅ ਕਰਦੀਆਂ ਕਿ ਭਾਰਤੀ ਜਨਤਾ ਬੀਜੇਪੀ ਆਗੂਆਂ ਦਾ ਵੱਖ-ਵੱਖ ਥਾਵਾਂ ਤੇ ਵਿਰੋਧ ਹੋ ਰਿਹਾ ਹੈ ਔਰ ਨਗਰ ਨਿਗਮ ਚੋਣਾਂ ਤੋਂ ਪਹਿਲਾਂ ਇਸ ਕਰਕੇ ਬੀਜੇਪੀ ਦੀ ਟੈਂਸ਼ਨ ਵੀ ਵੱਧ ਗਈ ਹੈ। ਜਗ੍ਹਾ-ਜਗ੍ਹਾ ਹੋ ਰਹੇ ਵਿਰੋਧਾਂ ਦੇ ਕਾਰਨ ਟੈਂਸ਼ਨ ਵੱਧਦੀ ਨਜ਼ਰ ਆ ਰਹੀ ਹੈ ਔਰ ਸੂਬਾ ਚੋਣ ਕਮਿਸ਼ਨਰ ਦੇ ਕੋਲ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਇਹੀ ਮਸਲੇ ਨੂੰ ਲੈ ਕੇ ਪਹੁੰਚ ਗਏ। ਪੰਜਾਬ ਬੀਜੇਪੀ ਪ੍ਰਧਾਨ ਨੇ ਵਿਰੋਧੀਆਂ ਤੇ ਇਲਜ਼ਾਮ ਵੀ ਜੜੇ ਨੇ ਕਿ ਕਿਸਾਨਾਂ ਦੀ ਆੜ ਦੇ ਵਿੱਚ ਵਿਰੋਧੀ ਨਹੀਂ ਮੀਟਿੰਗਾਂ ਕਰਨ ਦੇ ਰਹੇ ਉਹਨਾਂ ਨੂੰ। ਤਾਂ ਮੀਟਿੰਗਾਂ ਦਾ ਦੌਰ ਤਾਂ ਜਾਰੀ ਹੈ ਕਿਉਂਕਿ ਨਗਰ ਨਿਗਮ ਚੋਣਾਂ ਆਉਣ ਹੀ ਵਾਲੀਆਂ ਨੇ ਔਰ ਉਸ ਤੋਂ ਪਹਿਲਾਂ ਲਗਾਤਾਰ ਮੀਟਿੰਗਸ ਤੇ ਜਿਹੜੇ ਕਿਸਾਨੀ ਆਗੂ ਮਾਫ ਕਰਨਾ ਜਿਹੜੇ ਨੇਤਾ ਪਹੁੰਚ ਰਹੇ ਨੇ, ਜਿਹੜੇ ਬੀਜੇਪੀ ਦੇ ਆਗੂ ਪਹੁੰਚ ਰਹੇ ਨੇ, ਉਹਨਾਂ ਦਾ ਵਿਰੋਧ ਵੀ ਕੀਤਾ ਜਾ ਰਿਹਾ, ਜਿਸ ਨੂੰ ਲੈ ਕੇ ਹੁਣ ਇਲੈਕਸ਼ਨ ਕਮਿਸ਼ਨਰ ਦੇ ਕੋਲ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਪਹੁੰਚੇ ਨੇ ਔਰ ਉਹਨਾਂ ਵੱਲੋਂ ਇਲਜ਼ਾਮ ਵਿਰੋਧੀਆਂ ਤੇ ਮੜੇ ਜਾ ਰਹੇ ਨੇ ਕਿ ਜੋ ਵਿਰੋਧ ਕਰ ਰਹੇ ਨੇ ਉਹ ਕਿਸਾਨ ਨਹੀਂ ਬਲਕਿ ਵਿਰੋਧੀ ਹੀ ਨੇ। ਅਸੀਂ ਉਹਨਾਂ ਨੂੰ ਇਹ ਕਿਹਾ ਕਿ ਭਾਰਤੀ ਜਨਤਾ ਪਾਰਟੀ ਪੂਰੀ ਹਿੰਮਤ ਦੇ ਨਾਲ ਪੰਜਾਬ ਦੇ ਇਸ ਲੋਕਤੰਤਰ ਦੇ ਤਰਫ ਦਾ ਹਿੱਸਾ ਬਣਨ ਜਾ ਰਹੀ ਹੈ और पार्टी अपने निशान से चुनाव लड़ रही है। लेकिन जिस प्रकार पंजाब के अंदर कानून की व्यवस्था चरमराई हुई है और किसान की आड़ के अंदर कांग्रेस के लोग, आम आदमी पार्टी के लोग और अराजक तत्व बीजेपी नूं अपनियां गतिविधियां करन तो रोकते हैं। पार्टी के चुनाव चिन्ह चुनाव लड़न वालियां नूं घर जाके धमकाते हैं और बीजेपी अगर कोई नुक्कड़ मीटिंग करती है, कोई कार्यक्रम करती है, उहदे च जाके विघन पाते हैं। ऐसे माहौल के अंदर चुनाव कमीशन की भूमिका बड़ी महत्वपूर्ण है। वो किस प्रकार फ्री एंड फेयर चुनाव पंजाब च कराएगा और असी लड़ीवार पूरियां घटनावां की जानकारी उन्होंने 26 जनवरी ਨੂੰ ਦਿੱਲੀ ਦੇ ਵਿੱਚ ਦੰਗਲ ਹੋਇਆ ਔਰ ਲਾਲ ਕਿਲੇ ਤੇ ਕੇਸਰੀ ਔਰ ਕਿਸਾਨੀ ਝੰਡਾ ਫਹਿਰਾ ਦਿੱਤਾ ਗਿਆ, ਜਿਸ ਤੋਂ ਬਾਅਦ ਹਰ ਕੋਈ ਆਪਣਾ ਆਪਣਾ ਤਰਕ ਉਸਤੇ ਦਿੰਦਾ ਹੋਇਆ ਨਜ਼ਰ ਆ ਰਿਹਾ ਹੈ। ਲਾਲ ਕਿਲੇ ਤੇ ਝੰਡਾ ਲਹਿਰਾਉਣ ਨੂੰ ਲੈ ਕੇ ਐਸਜੀਪੀਸੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਵੱਡਾ ਬਿਆਨ ਦਿੱਤਾ ਹੈ। ਜਗੀਰ ਕੌਰ ਨੇ ਕਿਹਾ ਕਿ ਲਾਲ ਕਿਲੇ ਤੇ ਕੇਸਰੀ ਨਿਸ਼ਾਨ ਕੋਈ ਪਹਿਲੀ ਵਾਰ ਨਹੀਂ ਚਲਾਇਆ ਗਿਆ, ਦੇਸ਼ ਦੀਆਂ ਸਰਹੱਦਾਂ ਤੇ ਵੀ ਇਹ ਨਿਸ਼ਾਨ ਚਲਾਇਆ ਜਾਂਦਾ ਹੈ। ਐਸਜੀਪੀਸੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ, ਬੀਬੀ ਜੀ ਖਾਲਸਾਈ ਨਿਸ਼ਾਨ ਜਿਹੜਾ ਸੀ ਸਿੱਖਾਂ ਦੇ ਬਹੁਤ ਸਾਰੇ ਸਮਾਗਮਾਂ ਦੇ ਵਿੱਚ ਉਹ ਨਿਸ਼ਾਨ ਨਜ਼ਰ ਆਉਂਦਾ, ਪਰ ਜਦੋਂ ਦੇਸ਼ ਦੇ ਤਿਰੰਗੇ ਦੇ ਬਰਾਬਰ ਉਸ ਨੂੰ ਲਗਾਇਆ ਜਾਂਦਾ ਤਾਂ ਉਸ ਤੋਂ ਬਾਅਦ ਇੱਕ ਵੱਡਾ ਵਿਵਾਦ ਖੜਾ ਹੋ ਰਿਹਾ ਔਰ ਖਾਲਿਸਤਾਨੀ ਜਿਹੜਾ ਉਹ ਸਿੱਖਾਂ ਨੂੰ ਕਿਹਾ ਜਾ ਰਿਹਾ। ਤੁਸੀਂ ਕੀ ਕਹਿਣਾ ਚਾਹੁੰਦੇ? ਤੁਸੀਂ ਸਿੱਖਾਂ ਦੀ ਸਭ ਤੋਂ ਵੱਡੀ ਸੰਸਥਾ ਦੀ ਨੁਮਾਇੰਦਗੀ ਕਰਦੇ ਹੋ। ਦੇਸ਼ ਦਾ ਤਿਰੰਗਾ ਜਿਹੜਾ ਨਾ ਜੀ, ਇਹ ਇਸੇ ਨਿਸ਼ਾਨਾਂ ਚੋਂ ਨਿਕਲਿਆ। ਜੇ ਖਾਲਸਾਈ ਨਿਸ਼ਾਨ ਝੂਲੇ ਤੇ ਤਾਂ ਦੇਸ਼ ਆਜ਼ਾਦ ਹੋਇਆ। ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਚ ਆਈ ਸੀ ਨਾ, ਜਦੋਂ ਗੁਰਦੁਆਰਿਆਂ ਦੀ ਸੁਧਾਰ ਲਹਿਰ ਚੱਲੀ ਸੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਚ ਆਈ, ਉਹ ਖਾਲਸਾਈ ਨਿਸ਼ਾਨਿਆਂ ਚ ਆਈ ਸੀ, ਨਿਸ਼ਾਨਾਂ ਚ ਹੋਈ। ਤੇ ਉਸ ਵੇਲੇ ਗਾਂਧੀ ਜੀ ਵਰਗਿਆਂ ਨੇ ਕਹਿਤਾ ਸੀ ਦੇਸ਼ ਦੀ ਆਜ਼ਾਦੀ ਦੀ ਅੱਧੀ ਲੜਾਈ ਅਸੀਂ ਜਿੱਤ ਲਈ ਹੈ। ਜੇ ਨਿਸ਼ਾਨਾਂ ਦੇ ਵਿੱਚ, ਨਿਸ਼ਾਨ ਸਾਹਿਬਾਂ ਦੇ ਵਿੱਚੋਂ ਦੇਸ਼ ਦੀ ਅੱਧੀ ਆਜ਼ਾਦੀ ਦੀ ਲੜਾਈ ਜਿੱਤੀ, ਫਿਰ ਉਹਦੀ ਹਿੰਮਤ ਨਾਲ ਹੀ ਦੇਸ਼ ਦੀ ਆਜ਼ਾਦੀ ਹੋਈ। ਦੇਸ਼ ਦੀ ਆਜ਼ਾਦੀ 'ਚ ਵੀ ਨਿਸ਼ਾਨ ਝੂਲੇ ਤੇ ਫਿਰ ਇਹ ਤਿਰੰਗਾ ਜਿਹੜਾ ਫਿਰ ਕਿੱਥੋਂ ਆਇਆ? ਪਹਿਲਾਂ ਤਾਂ ਨਿਸ਼ਾਨ ਸਾਹਿਬ ਹੀ ਝੂਲੇ ਨਾ, ਫਿਰ ਤਿਰੰਗਾ ਝੂਲਿਆ। ਤੇ ਜੋ ਤਿਰੰਗਾ ਝੂਲਿਆ ਤੇ ਉਹਦੇ ਬਰਾਬਰ ਜੇ ਕਿਸੇ ਨੇ ਬਰਾਬਰ ਕੀ ਉਹ ਸਥਾਨ ਦੇ ਲਾਤਾ ਕਿਲੇ ਤੇ, ਉਹ ਅੱਜ ਪਹਿਲੀ ਵਾਰੀ ਨਹੀਂ ਲੱਗਾ
ਇਹ ਤਾਂ ਕਿਲੇ ਦੇ ਉੱਤੇ ਕਿੰਨੇ ਨਿਸ਼ਾਨ ਸਾਹਿਬ ਪਹਿਲੇ ਝੂਲੇ, ਭਾਵੇਂ ਉਹ ਕਿਸੇ ਵੀ ਸਮਾਗਮ ਦੇ ਵਿੱਚ ਉੱਥੇ ਹਾਜ਼ਰ ਹੋਏ ਆ, ਪਰੇਡ ਦੇ ਵਿੱਚ ਵੀ ਜਿਸ ਵੇਲੇ ਜਾਂਦੇ ਆ, ਪਰੇਡ ਵਿੱਚ ਵੀ ਨਿਸ਼ਾਨ ਸਾਹਿਬ ਲੈ ਕੇ ਜਾਂਦੇ ਆ। ਪੂਰੇ ਘਟਨਾਕ੍ਰਮ ਦਾ ਕੋਈ ਅੰਦੋਲਨ ਤੇ ਅਸਰ ਪਏਗਾ? ਤੁਹਾਨੂੰ ਲੱਗਦਾ ਕਿ ਅੰਦੋਲਨ ਜਿਹੜਾ ਉਹ ਹੁਣ ਘਟਣ ਵਾਲੇ ਪਾਸੇ, ਕਿਉਂਕਿ ਕਈ ਤਰ੍ਹਾਂ ਦੀਆਂ ਖਬਰਾਂ ਵੀ ਆ ਰਹੀਆਂ, ਪਿੰਡਾਂ ਦੇ ਵਿੱਚ ਐਲਾਨ ਵੀ ਕੀਤੇ ਜਾ ਰਹੇ ਨੇ ਪੰਚਾਇਤਾਂ ਵੱਲੋਂ ਕਿ ਪਰਿਵਾਰ ਦਾ ਇੱਕ ਜੀ ਜਿਹੜਾ ਉਹ ਜ਼ਰੂਰ ਉੱਥੇ ਜਾਵੇ। ਇੱਥੋਂ ਆਪਾਂ ਕਹਿ ਸਕਦੇ ਜਬਾ ਬੈਣ ਲੱਗ ਗਿਓ ਤਬੈ ਰੋਸ ਜਾਗਿਓ, ਇੱਥੋਂ ਕਹਿ ਸਕਦੇ ਹਾਂ। ਇਹਦਾ ਮਤਲਬ ਕਿ ਹੁਣ ਘਰ ਘਰ ਵਿੱਚ ਰੋਹ ਆ ਗਿਆ ਵੀ ਇੱਕ ਜੀ ਜ਼ਰੂਰ ਜਾਓ ਉੱਥੇ। ਅੱਗੇ ਨੂੰ ਜ਼ਿਆਦਾ ਮੈਂ ਸਵੇਰੇ ਸਿੰਘੂ ਬਾਰਡਰ ਤੋਂ ਪਤਾ ਕੀਤਾ ਆਪਣੇ ਸਕੱਤਰ ਤੋਂ ਵੀ ਕੀ ਹਾਲਾਤ ਨੇ। ਉਹਨਾਂ ਕਿਹਾ ਜੀ ਉੱਦਾਂ ਹੀ ਲੰਗਰ ਚੱਲ ਰਹੇ, ਉੱਦਾਂ ਹੀ ਸੇਵਾਵਾਂ ਚੱਲ ਰਹੀਆਂ ਔਰ ਅੱਗੇ ਨਾਲੋਂ ਸੰਗਤ ਜਿਹੜੀ ਉੱਥੇ ਵੱਧ ਗਈ। ਇਹਦਾ ਮਤਲਬ ਕਿ ਲੋਕ ਸਗਾ ਇਕੱਤਰ ਹੋਣ ਲੱਗ ਪਏ ਆ, ਲੋਕ ਫੇਰ ਇਕੱਠੇ ਹੋਣ ਲੱਗ ਪਏ ਆ ਔਰ ਲੋਕਾਂ ਦੇ ਵਿੱਚ ਇਹ ਗੈਰਤ ਵੀ ਪੈਦਾ ਹੁੰਦੀ ਹੈ ਕਿ ਦੱਸੋ ਸਾਡੀ ਆਵਾਜ਼ ਨੂੰ ਦਬਾਇਆ ਜਾ ਰਿਹਾ। ਅਸੀਂ ਹੱਕ ਮੰਗਦੇ ਹਾਂ, ਅਸੀਂ ਇਨਸਾਫ ਮੰਗਦੇ ਹਾਂ ਤੇ ਦੇਸ਼ ਦੀ ਸਰਕਾਰ ਸਾਨੂੰ ਹੱਕ ਤੇ ਇਨਸਾਫ ਨਹੀਂ ਦੇ ਰਹੀ। ਇੱਕ ਹੋਰ ਜਿਹੜੀ ਗੱਲ ਉੱਠ ਰਹੀ ਹੈ ਕਿ 4 ਲੋਕਾਂ ਦੇ ਨਾਮ ਜਿਹੜੇ ਉਹ ਇਹ ਖੁੱਲ ਕੇ ਲਏ ਜਾ ਰਹੇ ਨੇ ਕਿ ਉਹ ਇਸ ਦੇ ਲਈ ਦੋਸ਼ੀ ਨੇ। 2 ਕਿਸਾਨ ਆਗੂ ਨੇ ਔਰ ਉਸ ਦੇ ਵਿੱਚ ਇੱਕ ਫਿਲਮ ਐਕਟਰ ਦੀਪ ਸਿੱਧੂ ਅਤੇ ਇੱਕ ਲੱਖਾ ਸਿਧਾਣਾ ਨਾਮ ਦੇ ਜਿਹੜੇ ਲੋਕ ਨੇ, ਉਹਨਾਂ ਵੱਲੋਂ ਇਹਦੇ ਲਈ ਜ਼ਿੰਮੇਵਾਰ ਦੱਸਿਆ ਜਾ ਰਿਹਾ। ਇੰਨੇ ਚਿਰ ਤੋਂ ਸਟੇਜਾਂ ਤੇ ਬੋਲਦੇ ਆ ਰਹੇ ਆ, ਇੰਨੇ ਚਿਰ ਤੋਂ ਕਹਿੰਦੇ ਆ ਰਹੇ ਆ ਜੇ ਉਹ ਦੋਸ਼ੀ ਸੀ ਤੇ ਇਹਨਾਂ ਨੂੰ ਪਹਿਲਾਂ ਦੇਖਣਾ ਚਾਹੀਦਾ ਸੀਗਾ। ਇਹੋ ਜਿਹੇ ਲੋਕਾਂ ਨੂੰ ਵਿੱਚ ਵੜਨ ਨਹੀਂ ਦੇਣਾ ਚਾਹੀਦਾ ਜਿਹੜਾ ਅੰਦੋਲਨ ਦੇ ਵਿੱਚ, ਆਪ ਵਾਗਡੋਰ ਰੱਖਣੀ ਚਾਹੀਦੀ ਹੈ। ਆਖਰੀ ਸਵਾਲ, ਇੱਕ ਸੋਸ਼ਲ ਮੀਡੀਆ ਤੇ ਵੀ ਅਪੀਲ ਕੀਤੀ ਜਾ ਰਹੀ ਹੈ ਕਿ ਜਿਹੜੇ ਨੌਜਵਾਨਾਂ ਦੇ ਉੱਪਰ ਦੇਸ਼ ਧਰੋਹ ਦੇ ਪਰਚੇ ਦਰਜ ਕੀਤੇ ਗਏ ਨੇ ਜਾਂ ਜਿਹੜੇ ਨੌਜਵਾਨ ਹੁਣ ਤੱਕ ਲਾਪਤਾ ਨੇ ਤਾਂ ਉਹਨਾਂ ਨੂੰ ਕਾਨੂੰਨੀ ਮਦਦ ਦੀ ਲੋੜ ਹੈ। ਐਸਜੀਪੀਸੀ ਇਸ ਨੂੰ ਲੈ ਕੇ ਕੋਈ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਕਦਮ ਚੁੱਕ ਸਕਦੀ ਹੈ? ਕੋਈ ਕਾਨੂੰਨੀ ਮਦਦ ਜਿਹੜੀ ਐਸਜੀਪੀਸੀ ਵੱਲੋਂ ਦਿੱਤੀ ਜਾ ਸਕਦੀ ਹੈ? ਦੇਖੋ ਅਸੀਂ ਹਮੇਸ਼ਾ ਹੀ ਪੰਥ ਦੀ ਚੜ੍ਹਦੀ ਕਲਾ ਵਾਸਤੇ ਜਿਨ੍ਹਾਂ ਨੇ ਵੀ ਘੋਲ ਲੜੇ ਆ, ਜਿਨ੍ਹਾਂ ਨੇ ਵੀ ਕਿਤੇ ਸਾਡੇ ਕੋਲੋਂ ਸਾਨੂੰ ਹੁਕਮ ਲਾਇਆ, ਅਸੀਂ ਹਮੇਸ਼ਾ ਅੱਗੇ ਆ ਕੇ ਉਹ ਮਦਦ ਕੀਤੀ ਹੈ। ਜੇ ਸਾਨੂੰ ਕਿਸੇ ਵੇਲੇ ਵੀ ਆਵਾਜ਼ ਆਉਂਦੀ ਹੈ, ਹੁਕਮ ਆਉਂਦਾ, ਅਸੀਂ ਹਮੇਸ਼ਾ ਤਤਪਰ ਰਹਿੰਦੇ ਹਾਂ। ਕੈਮਰਾਮੈਨ ਹਨੀਸ਼ ਕੁਮਾਰ ਦੇ ਨਾਲ ਰਾਜੀਵ ਸ਼ਰਮਾ, ਨਿਊਜ਼ 18 ਅੰਮ੍ਰਿਤਸਰ। ਤੇ ਹੁਣ ਕੁਝ ਤਸਵੀਰਾਂ ਦਿਖਾਉਣ ਜਾ ਰਹੇ ਹਾਂ ਜਿਸ ਵਿੱਚ ਲੋਕ ਇਨਸਾਫ ਪਾਰਟੀ ਵੱਲੋਂ ਸਾਈਕਲ ਯਾਤਰਾ ਕੱਢੀ ਗਈ। ਲੋਕ ਇਨਸਾਫ ਪਾਰਟੀ ਨੇ ਫਤਿਹਗੜ੍ਹ ਸਾਹਿਬ ਤੋਂ ਕਿਸਾਨਾਂ ਦੇ ਹੱਕ ਦੇ ਵਿੱਚ ਸਾਈਕਲ ਯਾਤਰਾ ਸ਼ੁਰੂ ਕੀਤੀ ਹੈ ਔਰ ਪਾਰਟੀ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਇਸ ਦੀ ਅਗਵਾਈ ਕੀਤੀ। ਇਹ ਯਾਤਰਾ ਜਲਿਆਂਵਾਲਾ ਬਾਗ ਤੱਕ ਸਮਾਪਤ ਹੋਵੇਗੀ। ਬੈਂਸ ਨੇ ਕਿਹਾ ਕਿ ਯਾਤਰਾ ਦੌਰਾਨ ਲੋਕ ਦਿੱਲੀ ਮੋਰਚੇ ਦੇ ਲਈ ਲੋਕਾਂ ਨੂੰ ਲਾਮਬੰਦ ਕੀਤਾ ਜਾਵੇਗਾ। ਤੇ ਤਸਵੀਰਾਂ ਤੁਸੀਂ ਫਤਿਹਗੜ੍ਹ ਸਾਹਿਬ ਦੀਆਂ ਦੇਖ ਸਕਦੇ ਹੋ ਜਿੱਥੇ ਕਿ ਕਾਫੀ ਇਕੱਠ ਦੇਖਿਆ ਜਾ ਸਕਦਾ ਹੈ ਔਰ ਇਹ ਸਾਰੇ ਹੀ ਕਿਸਾਨੀ ਮੋਰਚੇ ਦੇ ਹੱਕ ਦੇ ਵਿੱਚ ਸਾਈਕਲ ਯਾਤਰਾ ਕੱਢ ਰਹੇ ਨੇ ਔਰ ਸਿਮਰਜੀਤ ਬੈਂਸ ਵੱਲੋਂ ਇਹ ਗੱਲ ਵੀ ਕਹੀ ਗਈ ਕਿ ਰਸਤੇ ਦੇ ਵਿੱਚ ਜਾਂਦਿਆਂ ਹੋਇਆਂ ਵੀ ਲੋਕਾਂ ਨੂੰ ਕਿਸਾਨੀ ਅੰਦੋਲਨ ਵਿੱਚ ਜੁੜਨ ਵਾਸਤੇ ਲਾਮਬੰਦ ਕੀਤਾ ਜਾਵੇਗਾ। ਜਿਹੜਾ ਤੁਹਾਡਾ ਇਹ ਸੰਘਰਸ਼ ਹੈ, ਜਿਹੜਾ ਤੁਹਾਡਾ ਸਾਈਕਲ ਯਾਤਰਾ ਹੈ, ਇਹ ਕਦੋਂ ਤੱਕ ਜਾਰੀ ਰਹੇਗੀ? ਅੰਮ੍ਰਿਤਸਰ ਤੋਂ ਬਾਅਦ ਕੀ ਫੇਰ ਦੁਬਾਰਾ ਸ਼ੁਰੂ ਕਰੋ? ਮੰਗਲਵਾਰ ਅਸੀਂ ਦਰਬਾਰ ਸਾਹਿਬ ਮੱਥਾ ਟੇਕ ਕੇ ਨਤਮਸਤਕ ਅਰਦਾਸ ਬੇਨਤੀ ਅਕਾਲ ਤਖਤ ਸਾਹਿਬ ਤੇ ਕਰਕੇ ਜਲਿਆਂਵਾਲਾ ਬਾਗ ਸ਼ਹੀਦਾਂ ਦੀ ਮਿੱਟੀ ਨੂੰ ਨਤਮਸਤਕ ਹੁੰਦੇ ਹੋਏ ਸਮਾਪਤ। ਉਥੋਂ ਗੱਡੀਆਂ, ਸੈਂਕੜੇ ਗੱਡੀਆਂ ਦਾ ਇੱਕ ਬਹੁਤ ਵੱਡਾ ਕਾਫਲਾ ਮੇਰੇ ਸਮੇਤ ਅਸੀਂ ਸਾਰੇ ਸਿੰਘੂ ਬਾਰਡਰ ਦਿੱਲੀ ਮੋਰਚਾ ਗੱਡ ਕੇ ਬੈਠਾਂਗੇ ਉੱਥੇ ਜਾ ਕੇ, ਤਾਂ ਜੋ ਕੇਂਦਰ ਦੀ ਸਰਕਾਰ ਜਿਹੜੀ ਚਾਹੁੰਦੀ ਹੈ ਕਿ ਇਹਨੂੰ ਅੰਦੋਲਨ ਨੂੰ ਪਾੜ ਦਿੱਤਾ ਜਾਵੇ, ਗਲਤ ਮੈਸੇਜ ਦੇਣ ਦਾ ਯਤਨ ਹੈ, ਉਸ ਮੈਸੇਜ ਨੂੰ ਖਤਮ ਕਰਾਂਗੇ। ਇਸ ਯਾਤਰਾ ਦਾ ਹੈਗਾ ਕਿ ਮਨੋਬਲ ਡਿਗੇ ਨਾ ਕਿਸੇ ਦਾ। ਇਸ ਯਾਤਰਾ ਦਾ ਮਕਸਦ ਹੈ ਕਿ ਉੱਠ ਕੇ ਖੜੇ ਹੋ ਜਾਓ, ਤੁਹਾਡੇ ਕੋਲੇ ਵਿਰਸਾ ਕੈਸਾ। ਇਸ ਵੇਲੇ ਦੀ ਵੱਡੀ ਖਬਰ ਜਲੰਧਰ ਤੋਂ ਆ ਰਹੀ ਹੈ। ਜਲੰਧਰ ਦੇ ਵਿੱਚ ਗੁੰਡਾਗਰਦੀ ਦਾ ਨਾਚ ਵੇਖਣ ਨੂੰ ਮਿਲਿਆ ਹੈ। ਨੌਜਵਾਨ ਤੇ ਤੇਜ਼ਧਾਰ ਹਥਿਆਰਾਂ ਦੇ ਨਾਲ ਜਾਨਲੇਵਾ ਹਮਲਾ ਕੀਤਾ ਗਿਆ, ਇੱਕ ਤੋਂ ਬਾਅਦ ਇੱਕ ਵਾਰ ਕੀਤੇ ਗਏ ਔਰ ਨੌਜਵਾਨ ਦੀ ਹਾਲਤ ਫਿਲਹਾਲ ਗੰਭੀਰ ਬਣੀ ਹੋਈ ਹੈ। ਹਸਪਤਾਲ ਦੇ ਵਿੱਚ ਉਸ ਨੂੰ ਦਾਖਲ ਕਰਾਇਆ ਗਿਆ ਜੋ ਕਿ ਜ਼ੇਰੇ ਇਲਾਜ ਹੈ। ਨਕਾਬਪੋਸ਼ ਬਦਮਾਸ਼ਾਂ ਦੀ ਗਿਣਤੀ 15 ਦੇ ਕਰੀਬ ਦੱਸੀ ਜਾ ਰਹੀ ਹੈ ਔਰ ਇਹ ਪੂਰੀ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ। ਤੁਹਾਨੂੰ ਦੱਸ ਦਈਏ ਕਿ ਜਲੰਧਰ ਦੇ ਵਿੱਚ ਗੁੰਡਾਗਰਦੀ ਦੇਖੀ ਗਈ ਹੈ ਔਰ ਗੁੰਡਾਗਰਦੀ ਦਾ ਨਾਚ ਹੁੰਦਾ ਦੇਖਿਆ ਗਿਆ। ਸ਼ਰੇਆਮ ਇੱਕ ਨੌਜਵਾਨ ਤੇ 15 ਦੇ ਕਰੀਬ ਨਕਾਬਪੋਸ਼ ਬਦਮਾਸ਼ਾਂ ਨੇ ਵਾਰ ਕੀਤੇ, ਇੱਕ ਤੋਂ ਬਾਅਦ ਇੱਕ ਵਾਰ ਕੀਤਾ ਜਾ ਰਿਹਾ ਹੈ। ਸੀਸੀਟੀਵੀ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਔਰ ਜਲੰਧਰ ਦੀਆਂ ਇਹ ਤਸਵੀਰਾਂ ਨੇ ਔਰ ਇਸ ਦੇ ਵਿੱਚ ਦੇਖਿਆ ਜਾ ਸਕਦਾ ਕਿਸ ਤਰ੍ਹਾਂ ਦਿਨ ਦਿਹਾੜੇ ਗੁੰਡਾਗਰਦੀ ਕੀਤੀ ਗਈ ਹੈ। ਫਿਲਹਾਲ ਨੌਜਵਾਨ ਦੀ ਹਾਲਤ ਬੇहद ਗੰਭੀਰ ਬਣੀ ਹੋਈ ਹੈ। ਇਸ ਮਾਮਲੇ ਤੇ ਵਧੇਰੇ ਜਾਣਕਾਰੀ ਵਾਸਤੇ ਮੇਰੇ ਸਹਿਯੋਗੀ ਜਲੰਧਰ ਤੋਂ ਸੁਰਿੰਦਰ ਸਾਡੇ ਨਾਲ ਜੁੜੇ ਹੋਏ ਨੇ। ਸੁਰਿੰਦਰ, ਕੀ ਹੈ ਪੂਰਾ ਮਾਮਲਾ? ਤੁਹਾਡੇ ਤੋਂ ਸਮਝਣਾ ਚਾਹੁੰਦੇ ਹਾਂ ਕਿਸ ਵੇਲੇ ਆਖਿਰ ਇਹ ਘਟਨਾ ਹੋਈ? ਜੀ ਬਿਲਕੁਲ ਨਵਜੋਤ, ਜਿੱਦਾਂ ਕਿ ਕੱਲ ਦੁਪਹਿਰ ਬਾਅਦ ਦਾ ਮਾਮਲਾ ਹੈਗਾ, ਜਦੋਂ ਇੱਕ ਯੁਵਕ ਉਸਦੇ ਘਰੋਂ ਬੁਲਾ ਕੇ ਲੈ ਕੇ ਆਉਂਦਾ ਹੈਗਾ ਤੇ ਉਸ ਨੂੰ 10 ਤੋਂ 15 ਜਿਹੜੇ ਨੌਜਵਾਨ ਸੀਗੇ ਉਹਨੂੰ ਬੁਰੀ ਤਰ੍ਹਾਂ ਨਾਲ ਤੇਜ਼ਧਾਰ ਹਥਿਆਰਾਂ ਨਾਲ ਜਿਹੜਾ ਬਾਬੂ ਲਾਭ ਸਿੰਘ ਨਗਰ ਹੈਗਾ ਉੱਥੇ ਉਸਦੇ ਨਾਲ ਮਾਰਕੁੱਟ ਕੀਤੀ ਜਾਂਦੀ ਹੈ। ਕਿਰਪਾਨਾਂ ਦੇ ਨਾਲ, ਬੇਸ ਪੈਡ ਦੇ ਨਾਲ ਉਹਨੂੰ ਚੰਗੀ ਤਰ੍ਹਾਂ ਕੁੱਟਿਆ ਮਾਰਿਆ ਜਾਂਦਾ। ਇੱਥੇ ਤੱਕ ਕਿ ਉਸਦਾ ਜਿਹੜਾ ਹੱਥ ਸੀਗਾ ਉਹ ਵੀ ਅਲੱਗ ਹੋ ਜਾਂਦਾ। ਉਸ ਤੋਂ ਬਾਅਦ ਉਹਨੂੰ
ਨਿੱਜੀ ਹਸਪੀਟਲ ਵਿੱਚ ਦਾਖਲ ਕਰਵਾਇਆ ਗਿਆ। ਫਿਲਹਾਲ ਪੁਲਿਸ ਦਾ ਕਹਿਣਾ ਸੀਸੀਟੀਵੀ ਉਹਨਾਂ ਦੇ ਕੋਲ ਹੈਗੀ ਆ ਔਰ ਜਲਦ ਹੀ ਇਹਨਾਂ ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ। ਤੇ ਨਾਲ ਦੀ ਨਾਲ ਜਿਹੜੇ ਉਸਦੇ ਘਾਇਲ ਜਿਹੜਾ ਹੈਗਾ ਉਹਦੇ ਪਿਤਾ ਦਾ ਕਹਿਣਾ ਹੈਗਾ ਪੁਰਾਣੀ ਰੰਜਿਸ਼ ਦੇ ਕਰਕੇ ਮੁੰਡਾ ਜਿਹੜਾ ਸੀਗਾ ਉਹਨਾਂ ਦਾ 6 ਮਹੀਨਿਆਂ ਤੋਂ ਬਾਹਰ ਰਹਿ ਰਿਹਾ ਸੀਗਾ, ਘਰ ਵੀ ਨਹੀਂ ਆ ਰਿਹਾ ਸੀਗਾ ਔਰ ਲਗਾਤਾਰ ਜਿਹੜੇ ਉਕਤ ਲੋਕਾਂ ਨੇ, ਜਿਹੜੇ ਨੌਜਵਾਨਾਂ ਨੇ ਉਸ ਨੂੰ ਮਾਰਿਆ ਹੈਗਾ, ਲਗਾਤਾਰ ਉਹਨਾਂ ਨੂੰ ਧਮਕੀਆਂ ਦੇ ਰਹੇ ਸੀ, ਉਹਨਾਂ ਨੂੰ ਮਾਰਨ ਦੀਆਂ ਧਮਕੀਆਂ ਦੇ ਰਹੇ ਸਨ। ਜੀ ਸੁਰਿੰਦਰ, ਕੀ ਇਸ ਮਾਮਲੇ ਦੇ ਵਿੱਚ ਜਿਸ ਤਰ੍ਹਾਂ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ ਕਿ ਪੁਲਿਸ ਵੱਲੋਂ ਕੋਈ ਐਕਸ਼ਨ ਲਿਆ ਗਿਆ ਹੈ ਫਿਲਹਾਲ? ਜੀ ਬਿਲਕੁਲ, ਜਿੱਦਾਂ ਕਿ ਜਿਹੜੇ ਪੀੜਿਤ ਜਿਹੜਾ ਘਾਇਲ ਹੈਗਾ ਉਹਦੇ ਪਿਤਾ ਦੇ ਦੱਸਣ ਮੁਤਾਬਕ ਜਿਹੜੇ ਲੋਕ ਸੀਗੇ, ਜਿਹੜੇ ਨੌਜਵਾਨ ਸੀਗੇ, ਉਹਨਾਂ ਦੀ ਪਛਾਣ ਕਰ ਲਈ ਗਈ ਹੈ ਔਰ ਸੀਸੀਟੀਵੀ ਦੇ ਆਧਾਰ ਤੇ ਜਿੰਨੇ ਵੀ 10 ਤੋਂ 15 ਜਿਹੜੇ ਲੋਕ ਸੀ ਜਿਨ੍ਹਾਂ ਨੇ ਹਮਲਾ ਕੀਤਾ ਯੁਵਕ ਦੇ ਉੱਤੇ, ਉਹਨਾਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਏਗਾ, ਪੁਲਿਸ ਦਾ ਦਾਅਵਾ ਹੈ। ਜੀ ਸ਼ੁਕਰੀਆ ਸੁਰਿੰਦਰ ਇਸ ਖਬਰ ਤੇ ਪੂਰੀ ਜਾਣਕਾਰੀ ਵਾਸਤੇ। ਤੇ ਤਸਵੀਰਾਂ ਤੁਸੀਂ ਵੇਖ ਸਕਦੇ ਹੋ, ਬੇहद ਦਿਲ ਨੂੰ ਦਹਿਲਾਉਣ ਵਾਲੀਆਂ ਤਸਵੀਰਾਂ, ਜਿੱਥੇ ਕਿ ਇੱਕ ਹੀ ਸ਼ਖਸ ਨੂੰ ਇੰਨੀ ਬੁਰੀ ਤਰ੍ਹਾਂ ਕੁੱਟਿਆ ਜਾ ਰਿਹਾ ਔਰ 15 ਨਕਾਬਪੋਸ਼ ਇੱਥੇ ਆਉਂਦੇ ਨੇ। ਹਾਲਾਂਕਿ ਪੁਰਾਣੀ ਰੰਜਿਸ਼ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ। ਫਿਲਹਾਲ ਪੁਲਿਸ ਨੇ ਸਟੇਟਮੈਂਟਸ ਦਰਜ ਕਰ ਲਿਆ ਨੇ ਔਰ ਅਗਲੀ ਕਾਰਵਾਈ ਜਿਹੜੀ ਹੈ ਉਹ ਸ਼ੁਰੂ ਹੋ ਚੁੱਕੀ ਹੈ। ਤੇ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਜਲੰਧਰ ਦੀਆਂ ਤਸਵੀਰਾਂ ਔਰ ਬੀਤੀ ਸ਼ਾਮ ਦੀ ਇਹ ਘਟਨਾ, ਜਦੋਂ ਕਿ ਇੱਕ ਸ਼ਖਸ ਤੇ ਤੇਜ਼ਧਾਰ ਹਥਿਆਰਾਂ ਦੇ ਨਾਲ ਵਾਰ ਕੀਤੇ ਗਏ ਔਰ ਕਰੀਬ 15 ਦੇ ਕਰੀਬ ਇਹ ਬਦਮਾਸ਼ ਜਿਹੜੇ ਤੇ ਪੁੱਜੇ ਹੋਏ ਸਨ। ਔਰ ਇਸ ਤੋਂ ਪਹਿਲਾਂ ਇਹ ਮਾਮਲਾ ਜਿਹੜਾ ਪੁਰਾਣੀ ਰੰਜਿਸ਼ ਦਾ ਦੱਸਿਆ ਜਾ ਰਿਹਾ, ਜਿਸ ਨੂੰ ਲੈ ਕੇ ਇਹ ਨੌਜਵਾਨ ਪਿਛਲੇ 6 ਮਹੀਨਿਆਂ ਤੋਂ ਆਪਣੇ ਘਰ ਤੋਂ ਬਾਹਰ ਹੀ ਰਹਿ ਰਿਹਾ ਸੀ ਔਰ ਮੌਕੇ ਦੀ ਤਾਕ ਦੇ ਵਿੱਚ ਇਹ ਬਦਮਾਸ਼ ਸੀ ਔਰ ਜਿਸ ਵੇਲੇ ਇਹ ਆਪਣੇ ਘਰ ਦੇ ਨੇੜੇ ਤੇੜੇ ਦਿਸਿਆ ਇਹਨਾਂ ਨੂੰ ਤੇ ਉਸ ਵੇਲੇ ਇਹਨਾਂ ਵੱਲੋਂ ਤਾਬੜਤੋੜ ਹਮਲੇ ਇਸ ਸ਼ਖਸ ਤੇ ਕਰ ਦਿੱਤੇ ਗਏ ਔਰ ਇਤੋਂ ਤੱਕ ਕਿ ਤਲਵਾਰ ਦੇ ਨਾਲ ਇਸ ਦਾ ਹੱਥ ਵੀ ਜਿਹੜਾ ਹੈ ਉਹ ਅੱਡ ਕਰ ਦਿੱਤਾ ਗਿਆ ਔਰ ਫਿਲਹਾਲ ਇਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਹੈ। ਜ਼ੇਰੇ ਇਲਾਜ ਹੈ, ਬੇहद ਹਾਲਤ ਗੰਭੀਰ ਬਣੀ ਹੋਈ ਹੈ ਔਰ ਪੁਲਿਸ ਅਗਲੀ ਕਾਰਵਾਈ ਕਰ ਰਹੀ ਹੈ। उधर कोविड-19 महामारी ने आपसी निर्भरता की भावना ਨੂੰ ਮਜ਼ਬੂਤ ਕੀਤਾ, ਜਿਸ ਦੇ ਨਾਲ ਪੂਰਾ ਦੇਸ਼ ਇਸ ਮੁਸੀਬਤ ਦਾ ਇਕਜੁੱਟ ਹੋ ਕੇ ਮੁਕਾਬਲਾ ਕਰ ਸਕੇ। ਵੈਕਸੀਨੇਸ਼ਨ ਦੇ ਐਲਾਨ ਤੋਂ ਬਾਅਦ ਜ਼ਰੂਰਤ ਹੋਵੇਗੀ ਕਿ ਅਸੀਂ ਆਪਣਾ ਮੂਰੀ ਯੋਗਦਾਨ ਦਈਏ, ਜਿਸ ਦੇ ਨਾਲ ਅਸੀਂ ਇੱਕੋ ਸਮੇਂ ਵਾਇਰਸ ਨੂੰ ਹਰਾਉਣ ਵੱਲ ਕਦਮ ਵਧਾ ਸਕੀਏ ਅਤੇ ਨੈਟਵਰਕ 18 ਇਸ ਮੁਹਿੰਮ ਦੇ ਵਿੱਚ ਹਰ ਕਦਮ ਤੇ ਤੁਹਾਡੇ ਨਾਲ ਹੋਵੇਗਾ, ਕਿਉਂਕਿ ਜਦ ਤੱਕ ਸਾਰੇ ਸੁਰੱਖਿਅਤ ਨਹੀਂ ਹੋ ਜਾਂਦੇ ਉਦੋਂ ਤੱਕ ਕੋਈ ਸੁਰੱਖਿਅਤ ਨਹੀਂ ਹੋਵੇਗਾ। ਇਸ ਸੋਚ ਦੇ ਆਧਾਰ ਤੇ ਕੈਂਪੇਨ ਸੰਜੀਵਨੀ ਦਾ ਉਦੇਸ਼ ਇਹ ਸੁਨਿਸ਼ਚਿਤ ਕਰਨਾ ਹੈ ਕਿ ਵੈਕਸੀਨ ਪਾਉਣਾ ਸਾਰੇ ਭਾਰਤੀਆਂ ਦਾ ਅਧਿਕਾਰ ਹੈ।